ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਿਸ਼ਯਨ ਤੇ ਬੈਰਾਗ ਭੈ, ਕਰ ਗੁਰ ਪਗ ਅਨੁਰਾਗ। ਲਿਵ ਲਗਾਏ ਜਾਗਤ ਰਹੂ, ਸਿਮਰ ਨਾਮ ਬਟ ਭਾਗ। ਵਿਸ਼ਯਨ ਤੇ ਬੈਰਾਗ ਭੈ, ਕਰ ਗੁਰ ਪਗ ਅਨੁਰਾਗ। ਲਿਵ ਲਗਾਏ ਜਾਗਤ ਰਹੂ, ਸਿਮਰ ਨਾਮ ਵਡ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਰੂਪ, ਗੁਰੂ ਸਵਾਰੇ, ਗੁਰੂ ਪਿਆਰੇ, ਸਤਿਗੁਰਾਂ ਦੇ ਸਾਜੇ ਨਵਾਜੇ, ਗੁਰੂ ਖਾਲਸਾ ਸਾਧ ਸੰਗਤ ਮਾਈ ਭਾਈ ਜੀ, ਧੰਨ ਹਨ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜੋ ਦੀਨ ਦੁਨੀਆ ਦੇ ਮਾਲਕ ਹਨ। ਲੋਕ ਅਤੇ ਪਰਲੋਕ ਦੇ ਵਿੱਚ ਆਪਣੇ ਪਿਆਰਿਆਂ ਦੀ ਦਸਤਗੀਰੀ ਕਰਨ ਵਾਲੇ ਹੈ, ਬਾਂਹ ਫੜਨ ਵਾਲੇ ਹਨ। ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਆਪਣੇ ਪਿਆਰਿਆਂ ਨੂੰ ਸਦੀਵ ਕਾਲ ਅਮਰ ਕਰਨ ਵਾਲੇ ਹਨ ਸੱਚੇ ਪਾਤਸ਼ਾਹ ਮਹਾਰਾਜ। ਕੈਸੇ ਹੀ ਪਰਉਪਕਾਰ ਸਤਿਗੁਰਾਂ ਦੇ ਗਿਣੇ ਹੀ ਨਹੀਂ ਜਾ ਸਕਦੇ। ਸਾਰੇ ਸੰਸਾਰ ਦੇ ਦੁੱਖਾਂ ਨੂੰ ਆਪਣੀ ਝੋਲੀ ਵਿੱਚ ਪਾ ਕੇ ਸਾਰੇ ਸੰਸਾਰ ਦੇ ਸੁੱਖ ਆਪਣੇ ਖਾਲਸਾ ਪੰਥ ਧੀਆਂ ਪੁੱਤਰਾਂ ਨੂੰ ਬਖਸ਼ਿਸ਼ ਕਰਨ ਵਾਲੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਬਹੁਤ ਵੱਡੀ ਕਿਰਪਾ ਹੋ ਰਹੀ ਹੈ, ਰਹਿਮਤ ਹੋ ਰਹੀ ਹੈ, ਬਖਸ਼ਿਸ਼ ਹੋ ਰਹੀ ਹੈ, ਜਿਸ ਦਾ ਸਦਕਾ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਪਰਸਣ ਦਾ, ਸੋਹਣੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਦਇਆ ਤੋਂ ਬਿਨਾਂ, ਕਿਰਪਾ ਤੋਂ ਬਿਨਾਂ, ਰਹਿਮਤ ਤੋਂ ਬਿਨਾਂ ਇਹ ਜੇ ਸੁਭਾਗੇ ਸਮੇਂ ਪ੍ਰਾਪਤ ਨਹੀਂ ਹੁੰਦੇ। ਸਤਿਗੁਰੂ ਹੀ ਕਿਰਪਾ ਕਰਦੇ ਹੈ, ਆਪਣੇ ਜਾਣ ਕੇ ਦਇਆ ਕਰਦੇ ਹੈ, ਤਾਂ ਇਹ ਸੁਹਾਵਣੇ ਸਮੇਂ ਸਤਿਗੁਰਾਂ ਦੇ ਚਰਨ ਪਰਸਨ ਦੇ ਦਰਸ਼ਨ ਕਰਨ ਦੇ, ਗੁਰੂ ਕੀ ਸੰਗਤ ਵਿੱਚ ਆਉਣ ਦੇ ਪ੍ਰਾਪਤ ਹੁੰਦੇ ਆ। ਸੋ ਆਪ ਸਭ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ ਰਹੇ ਹੋ, ਜੋ ਸਾਹਿਬੇ ਕਮਾਲ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਪਰਸਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਨਿਤਨੇਮ ਦੀ ਮਰਜ਼ਾਦਾ ਅਨੁਸਾਰ ਸਤਿਗੁਰਾਂ ਦੇ ਸਾਜੇ ਨਵਾਜੇ ਹੋਏ ਸਿੰਘ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਦੇਗਾਂ ਦੇ ਭੋਗ ਲਵਾਏ ਹਨ। ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋਏ ਹੈ। ਪਿਛਲੇ ਪੈਰ ਦੇ ਦੀਵਾਨਾਂ ਦੀ ਆਰੰਭਤਾ ਹੈ। ਇਸ ਸਮੇਂ ਜੋ ਗੁਰੂ ਕੇ ਇਤਿਹਾਸ ਦੀ ਕਥਾ ਵਿਚਾਰ ਗੁਰੂ ਕੀ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਉਸ ਦੀ ਆਰੰਭਤਾ ਹੋ ਰਹੀ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਦੀਨ ਦੁਨੀਆ ਦੇ ਸੁਆਮੀ, ਤਿੰਨਾਂ ਲੋਕਾਂ ਦੇ ਕਰਤਾ, ਸਾਰੀ ਸ੍ਰਿਸ਼ਟੀ ਦੇ ਮਾਤਾ ਪਿਤਾ, ਐਸੇ ਸਤਿਗੁਰਾਂ ਦੀ ਇਤਿਹਾਸ ਦੀ ਕਥਾ ਵਿਚਾਰ ਸੰਗਤ ਜੀ ਆਰੰਭ ਹੋਈ ਹੈ, ਚੱਲ ਰਹੀ ਹੈ। ਇਹ ਜੋ ਮਹਾਕਵੀ ਭਾਈ ਸੰਦੋਖ ਸਿੰਘ ਜੀ, ਜਿਨ੍ਹਾਂ ਨੇ ਇਹ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਹੈ, 1880 ਬਿਕਰਮੀ ਦੇ ਵਿੱਚ, ਤੇ ਬੂੜੀਆ ਰਿਆਸਤ ਵਿੱਚ ਰਹਿ ਕੇ ਇਹ ਸਾਰਾ ਇਹਨਾਂ ਨੇ ਮਿਹਨਤ ਕੀਤੀ। ਉਪਰੰਤ 20 ਸਾਲ ਦੀ ਵੱਡੀ ਭਾਰੀ ਕੋਸ਼ਿਸ਼ ਤੋਂ ਹਿੰਮਤ ਕੀਤੀ, ਕਮਾਈ ਕੀਤੀ, ਮਿਹਨਤ ਕੀਤੀ। ਬਾਕੀ 9 ਸਤਿਗੁਰਾਂ ਦਾ ਇਤਿਹਾਸ ਜਿਹੜਾ ਹੈ ਉਹ ਲਿਖਿਆ ਹੈ 1900 ਵਿਕਰਮੀ ਦੇ ਵਿੱਚ। ਸੋ ਇਸ ਦਾ ਉਤਰਾਰਧ ਦਾ 29ਵਾਂ ਅਧਿਆਏ ਕੱਲ੍ਹ ਸਮਾਪਤ ਹੋਇਆ ਸੀਗਾ, ਜਿਹਦੇ ਵਿੱਚ ਕਥਾ ਆਈ ਸੀ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇਸ਼ਾਂ ਦੇਸ਼ਾਂਤਰਾਂ ਦੇ ਦਰਸ਼ਨ ਕਰਦੇ ਹੋਏ, ਦਰਸ਼ਨ ਦਿੰਦੇ ਹੋਏ, ਜੀਵਾਂ ਨੂੰ ਤਾਰਦੇ ਹੋਏ
ਆਪਣੇ ਸਹੁਰੇ ਨਗਰ ਆਏ ਹੈ। ਬਾਹਰ ਬਾਬੇ ਅਜਿੱਤੇ ਰੰਧਾਵੇ ਦੇ ਖੂਹ ਤੇ ਪੜਾਓ ਡੇਰਾ ਸੱਚੇ ਪਾਤਸ਼ਾਹ ਨੇ ਕੀਤਾ ਹੈ। ਮੂਲਾ ਜੋ ਸਤਿਗੁਰਾਂ ਦਾ ਸਸੁਰ ਸਹੁਰਾ ਸਾਹਿਬ ਹੈ, ਉੱਥੇ ਆ ਕੇ ਝਗੜਾ ਕੀਤਾ। ਕਈ ਤਰ੍ਹਾਂ ਦੇ ਬਖੇੜੇ, ਮਹਾਰਾਜ ਦੀ ਸੱਸ ਵੀ ਨਾਲ ਆਈ। ਸਾਰੇ ਸੰਸਾਰ ਦੇ ਜਗਤ ਮਾਤਾ ਮਾਤਾ ਸੁਲੱਖਣੀ ਜੀ ਵੀ ਆਏ। ਆਪਣਾ ਦੁੱਖ ਆਪਣੇ ਸਵਾਮੀ ਨੂੰ ਸੁਣਾਇਆ ਹੈ ਕਿ ਜੇ ਮੈਨੂੰ ਇਸ ਤਰ੍ਹਾਂ ਹੀ ਇਕੱਲੀ ਨੂੰ ਛੱਡ ਕੇ ਜਾਣਾ ਸੀ, ਮੇਰੇ ਨਾਲ ਵਿਆਹ ਹੀ ਨਹੀਂ ਸੀ ਕਰਾਉਣਾ। ਇਹ ਮੇਰੇ ਮਾਂ-ਬਾਪ ਵੀ ਮੇਰਾ ਭਾਰ ਸਮਝਦੇ ਹੈ। ਬੱਚੇ ਜਿਹੜੇ ਹਨ, ਇਹਨਾਂ ਦੀ ਵੀ ਹਾਲਤ ਮੰਦੀ ਹੈ। ਆਪਣੀ ਬਹਿਬਲਤਾ ਦੀ ਅਵਸਥਾ ਜਿਹੜੀ ਸੀਗੀ ਦੁਖਦਾਈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ। ਸਤਿਗੁਰੂ ਦਇਆਵਾਨ ਹਨ। ਪਸ਼ੂਆਂ, ਪ੍ਰੇਤਾਂ, ਮੁਗਧਾਂ, ਮੂਰਖਾਂ, ਪੱਥਰਾਂ 'ਤੇ ਦਇਆ ਕਰਦੇ ਹੈ। ਆਪਣੇ ਪਰਿਵਾਰ 'ਤੇ ਵੀ ਦਇਆ ਕੀਤੀ। ਕਹਿਣ ਲੱਗੇ ਸਾਡੇ ਨਾਲ ਰਹਿ ਕੇ ਭੁੱਖ 'ਤੇ ਕੱਟ ਲਓਗੇ? ਕਹਿਣ ਲੱਗੇ ਹਾਂ ਮਹਾਰਾਜ, ਜਿੱਥੇ ਰਹੋਗੇ, ਜਿਹੜੇ ਹਾਲ ਰਹੋਗੇ ਉਸੇ ਹਾਲ ਰਹੂੰਗੀ। ਕਦੀ ਕੋਈ ਇਸ ਗੱਲ ਦਾ ਮੈਂ ਮਿਹਣਾ ਨਹੀਂ ਦੇਵਾਂਗੀ ਕਿ ਮੈਨੂੰ ਆਹ ਸੁੱਖ ਨਹੀਂ ਹੈ। ਕੋਈ ਗਹਿਣਾ ਜੀਵਨ ਵਿੱਚ ਕਦੀ ਨਹੀਂ ਮੰਗਾਂਗੀ ਆਦਿਕ। ਸਤਿਗੁਰੂ ਕਹਿਣ ਲੱਗੇ ਚੰਗਾ, ਬੱਚਿਆਂ ਨੂੰ ਲਾਇਓ ਇੱਥੇ ਸਾਡੇ ਪਾਸ ਖੂਹ 'ਤੇ ਆ ਜਾਓ। ਮਾਤਾ ਜੀ ਦੋਵਾਂ ਸਾਹਿਬਜ਼ਾਦਿਆਂ ਗੁਰੂਆਂਦਿਆਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਅਤੇ ਬਾਬਾ ਲਖਮੀ ਦਾਸ ਜੀ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਪਾਸ ਖੂਹ 'ਤੇ ਪਹੁੰਚ ਗਏ। ਬਾਬੇ ਅਜਿੱਤੇ ਰੰਧਾਵੇ ਦੇ 29ਵਾਂ ਅਧਿਆਇ ਜਿਹੜਾ ਸੀਗਾ ਉਸ ਦੀ ਸਮਾਪਤੀ ਹੋਈ ਸੀ। 30ਵਾਂ ਅਧਿਆਇ ਸੰਗਤ ਜੀ ਆਰੰਭ ਹੋ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਮਿੱਤ ਨੂੰ ਕੋਈ ਜਾਣ ਹੀ ਨਹੀਂ ਸਕਦਾ, ਅਗਾਧ ਬੋਧ ਹੈ। ਐਸੇ ਸੱਚੇ ਪਾਤਸ਼ਾਹ ਮਹਾਰਾਜ ਕੀ ਕਲਾ ਵਰਤਾ ਰਹੇ ਹੈ। ਐਸੇ ਸਤਿਗੁਰਾਂ ਦੇ ਪਰਉਪਕਾਰ ਨੂੰ, ਦੁਨੀਆ ਦੇ ਤਾਰਨ ਦੇ ਇਤਿਹਾਸ ਨੂੰ ਸਰਦਾ ਭਾਵਨਾ ਦੇ ਸਾਹਿਤ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਵਿਸ਼ਯਨ ਤੇ ਬੈਰਾਗ ਭੈ ਕਰ, ਗੁਰ ਪਗ ਅਨੁਰਾਗ। ਮੰਗਲ ਕਰ ਰਹੇ ਹੈ ਮਹਾਕਵੀ ਭਾਈ ਸੰਤੋਖ ਸਿੰਘ ਜੀ। ਕਹਿੰਦੇ ਮਨਾ, ਇਹ ਜਿਹੜਾ ਵਿਸ਼ੇ ਵਿਕਾਰਾਂ ਦੇ ਵਿੱਚ ਫਸਿਆ ਪਿਆ ਨਾ, ਇਸ ਪਾਸਿਓਂ ਮੂੰਹ ਮੋੜ ਲੈ, ਬੈਰਾਗੀ ਹੋ ਜਾ, ਤਿਆਗੀ ਹੋ ਜਾ ਵਿਸ਼ੇ ਵਿਕਾਰਾਂ ਵਾਲੇ ਪਾਸਿਓਂ। ਜੇ ਤੈਨੂੰ ਮੋਹ ਪਾਉਣਾ ਹੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਨਾਲ ਪਿਆਰ ਪਾ। ਕਈ ਵਾਰ ਦਾਸ ਨੇ ਬੇਨਤੀ ਕੀਤੀ ਹੈ, ਸੰਗਤ ਜੀ ਗੁਰੂ ਕੇ ਚਰਨ ਹਨ ਕੀ। ਮੰਦਰਾਂ ਦੇ ਵਿੱਚ ਮੂਰਤੀਆਂ ਘੜੀਆਂ ਹੁੰਦੀਆਂ, ਸੋ ਕੋਈ ਸੋਨੇ ਦੀਆਂ ਬਣੀਆਂ ਹੁੰਦੀਆਂ, ਕੋਈ ਪੱਥਰ ਦੀਆਂ ਬਣੀਆਂ ਹੁੰਦੀਆਂ, ਕੋਈ ਕਿਸੇ ਪ੍ਰਕਾਰ ਦੀਆਂ। ਇਸੇ ਤਰ੍ਹਾਂ ਤਸਵੀਰਾਂ ਬਣੀਆਂ ਹੁੰਦੀਆਂ, ਪਰ ਗੁਰਾਂ ਦੇ ਚਰਨ ਨਾ ਪੱਥਰ ਦੇ ਹੈ, ਨਾ ਸੋਨੇ ਦੇ ਹੈ, ਨਾ ਹੀਰੇ ਜਵਾਹਰਾਤਾਂ ਦੇ ਹੈ, ਨਾ ਗੁਰੂ ਕੇ ਚਰਨਾਂ ਦੀ ਕੋਈ ਫੋਟੋ ਬਣੀ ਹੋਈ ਹੈ। ਧਿਆਨ ਕਾਹਦਾ ਧਾਰਨਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਅੰਮ੍ਰਿਤਮਈ ਸਾਨੂੰ ਬਾਣੀ ਬਖਸ਼ਿਸ਼ ਕੀਤੀ ਹੈ, ਇਹੀ ਗੁਰੂ ਕੇ ਚਰਨ ਹਨ। ਮਨਾ ਗੁਰੂ ਕੇ ਚਰਨ, ਗੁਰੂ ਕੀ ਬਾਣੀ ਜੋ ਸਰੂਪ ਹਨ, ਉਹਦੇ ਨਾਲ ਪਿਆਰ ਪਾ। ਵਿਸ਼ਿਆਂ ਦੇ ਵਿੱਚ ਪੈ ਕੇ ਤੇ ਆਪਾ ਹੀ ਖੋਵੇਂਗਾ, ਆਪਣੇ ਆਪ ਦਾ ਹੀ ਨੁਕਸਾਨ ਕਰੇਗਾ, ਖਰਾਬਾ ਕਰੇਗਾ। ਸਾਰੇ ਰਸ ਤੈਨੂੰ ਪ੍ਰਾਪਤ ਹੋਣਗੇ ਗੁਰੂ ਕੀ ਬਾਣੀ ਸਰੂਪ ਚਰਨਾਂ ਦੇ ਵਿੱਚੋਂ। ਲੇਵ ਲਗਾਏ ਜਾਗਤ ਰਹੋ, ਸਿਮਰ ਨਾਮ ਵੱਡ ਭਾਗ। ਅਤੇ ਭਾਈ ਲਿਵਲਾ ਸੁਰਤੀ ਨੂੰ ਜੋੜ ਗੁਰੂ ਕੀ ਬਾਣੀ ਦੇ ਨਾਲ ਤੇ ਜਾਗਤ ਰਹੋ। ਅਵਿਦਿਆ ਤੇ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਨਾ ਪੈ। ਜਾਗ ਕਦੀ ਦੇਖ ਆਪਣੇ ਆਪ ਨੂੰ, ਕਿੰਨੇ ਚੱਲ ਗਏ ਆ, ਕਿੰਨੇ ਲੈਣ ਵਿੱਚ ਹੈ, ਤੂੰ ਵੀ ਉਸੇ ਲੈਣ ਵਿੱਚ ਇੱਕ ਲੱਗਾ ਹੋਇਆ। ਇਸ ਗੱਲ ਨੂੰ ਚੇਤੇ ਕਰਕੇ ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਭਾਵਨਾ ਦੇ ਨਾਲ ਤੇ ਉਸ ਕਰਤੇ ਦੇ ਨਾਲ ਸੁਰਤੀ ਜੋੜ ਕੇ ਆਪਣੇ ਜੀਵਨ ਨੂੰ ਬਤੀਤ ਕਰ। ਸ੍ਰੀ ਬਾਲਾ ਸੰਧੁਰਵਾਚ ਚੌਪਈ। ਬਾਬਾ ਬਾਲਾ ਜੀ
ਜੋ ਸੰਧੂ ਗੋਤ ਦੇ ਜੱਟ ਹੋਏ ਹੈ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਖਡੂਰ ਸਾਹਿਬ ਦਾ ਆਪਣਾ ਇਤਿਹਾਸ ਹੈ ਸੰਗਤ ਜੀ। 9 ਗੁਰੂਆਂ ਨੇ ਚਰਨ ਪਾਏ ਖਡੂਰ ਸਾਹਿਬ ਦੀ ਧਰਤੀ ਤੇ। ਕੇਵਲ ਕਲਗੀਧਰ ਪਿਤਾ ਜੀ ਨਹੀਂ ਗਏ, ਉਸ ਦਾ ਵੀ ਕੋਈ ਕਾਰਨ ਸੀਗਾ। ਦਰਿਆ ਤੋਂ ਪਾਰ ਨਹੀਂ ਹੋਏ ਸੱਚੇ ਪਾਤਸ਼ਾਹ ਮਹਾਰਾਜ, ਤੇ ਬਾਕੀ ਸਾਰੇ ਗੁਰਾਂ ਨੇ ਬੜੇ ਬੜੇ ਕੌਤਕ ਕੀਤੇ ਹੈ। ਫੇਰ ਵਸਾਇਆ, ਫੇਰ ਉਹ ਆਣ ਸਤਿਗੁਰ ਖਡੂਰ ਗੁਰਾਂ ਦੀ ਵਸਾਈ ਹੋਈ ਨਗਰੀ ਹੈ। ਸੰਸਾਰ ਦੇ ਲੋਕਾਂ ਵਿੱਚ, ਗੁਰਸਿੱਖਾਂ ਵਿੱਚ ਇਹ ਧਾਰਨਾ ਵੀ ਹੈ ਕਿ ਜਿਨ ਦੇਖਿਆ ਨਹੀਂ ਹਜੂਰ, ਦਰਸ਼ਨ ਕਰ ਲਏ ਜਾ ਖਡੂਰ। ਉਸ ਵੇਲੇ ਜਦ ਹਜੂਰ ਸਾਹਿਬ ਦੀ ਯਾਤਰਾ ਬੜੀ ਕਠਿਨ ਮੰਨੀ ਜਾਂਦੀ ਸੀ, ਬਹੁਤਿਆਂ ਨੂੰ ਤੇ ਹੀ ਨਹੀਂ ਸੀ ਪਤਾ ਹਜੂਰ ਸਾਹਿਬ ਹੈ ਕਿਹੜੇ ਪਾਸੇ। ਤੇ ਉਹਨਾਂ ਸਮਿਆਂ ਦੇ ਵਿੱਚ ਇਹ ਧਾਰਨਾ ਸੀ ਵੀ ਜੇ ਹਜੂਰ ਸਾਹਿਬ ਨਹੀਂ ਜਾ ਸਕਦਾ, ਤੇਰੇ ਮਨ ਦੀ ਇੱਛਾ ਹੈ ਖਡੂਰ ਸਾਹਿਬ ਦਰਸ਼ਨ ਕਰ ਲੈ, ਹਜੂਰ ਸਾਹਿਬ ਦੇ ਦਰਸ਼ਨ ਹੋ ਜਾਣਗੇ। ਐਸੇ ਪਾਵਨ ਸਥਾਨ ਤੇ ਬਾਬਾ ਬਾਲਾ ਸਾਹਿਬ ਜੀ, ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੂੰ ਅਤੇ ਗੁਰੂ ਕੀ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਕਥਾ ਸਰਵਣ ਕਰਵਾ ਰਹੇ ਹਨ। ਕਿਤਕ ਦਿਵਸ ਜਬ ਰਹਤ ਬਿਤਾਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੁਛ ਕੁ ਦਿਨ ਰਹੇ ਬਾਬੇ ਅਜਿੱਤੇ ਰੰਧਾਵੇ ਦੇ ਖੂਹ ਤੇ, ਦਿਨ ਪ੍ਰਤ ਮਹਿਮਾ ਹੋਏ ਅਧਿਕਾਏ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਮਹਿਮਾ ਦਿਨ ਪ੍ਰਤੀ ਵੱਧਦੀ ਜਾਂਦੀ ਹੈ। ਜਿਵੇਂ ਸਾਧ ਸੰਗਤ ਜੀ ਚੰਦਰਮਾ ਏਕਮ ਦਾ ਚੜ੍ਹਦਾ, ਫਿਰ ਦੂਜ ਦਾ, ਤੀਜ ਦਾ, ਪੰਚਮੀ ਦਾ, ਆਦਿਕ ਪੂਰਨਮਾਸੀ ਦਾ ਹੁੰਦਾ ਹੈ। ਹਰ ਰੋਜ਼ ਹੀ ਸਤਿਗੁਰਾਂ ਦੀ ਮਹਿਮਾ ਵਡਿਆਈ ਸੰਸਾਰ ਵਿੱਚ ਵਧਣ ਲੱਗੀ। ਅਬ ਲੋਕਤ ਸਮਝਿਓ ਤਬ ਮੂਲਾ। ਇਹ ਜਿਹੜਾ ਮੂਲਾ ਹੈ ਨਾ ਸਤਿਗੁਰਾਂ ਦਾ ਸਹੁਰਾ, ਜਦ ਸਤਿਗੁਰਾਂ ਦੀ ਮਹਿਮਾ ਹੁੰਦੀ ਦੇਖੀ ਤੇ ਇਹਨੂੰ ਸਮਝ ਪਈ ਭਾ ਸ਼੍ਰੀ ਨਾਨਕ ਜਸ ਅਨਕੂਲਾ। ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸੋਭਾ ਠੀਕ ਹੋ ਰਹੀ ਹੈ, ਮੈਂ ਗਲਤ ਹਾਂ। ਇਹਦੇ ਮਨ ਵਿੱਚ ਆਇਆ ਮੈਂ ਜੋ ਵੀ ਕੀਤਾ ਹੈ ਇਹ ਕਹਿਣਾ ਬਣਦਾ ਨਹੀਂ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ। ਐਸੇ ਐਸੇ ਖੋਟੇ ਬੋਲ, ਐਸੇ ਐਸੇ ਤਾਨੇ ਤੇ ਮਿਹਣੇ। ਸਿਆਣਿਆਂ ਦੀ ਕਹਾਵਤ ਹੈ ਕਿ ਲੱਕੜੀ ਨੂੰ ਫਾਨਾ ਤੇ ਮਰਦ ਨੂੰ ਤਾਨਾ ਦੋਵਾਂ ਨੂੰ ਪਾੜ ਕੇ ਰੱਖ ਦਿੰਦਾ ਹੈ। ਮਰਦ ਲੋਕ ਤਾਨਾ ਨਹੀਂ ਸਹਾਰਦੇ, ਆਪਣਾ ਸਰੀਰ ਹੀ ਤਿਆਗ ਦਿੰਦੇ, ਤਾਨਾ ਸੁਣਨਾ ਪਸੰਦ ਨਹੀਂ ਕਰਦੇ। ਲੱਕੜੀ ਨੂੰ ਜਿਵੇਂ ਫਾਨਾ ਠੋਕ ਦਈਏ, ਛੈਣਾ ਲਾ ਕੇ ਥੋੜੇ ਮਾਰੀਏ ਤੇ ਪਾੜ ਜਾਂਦੀ, ਐਵੇਂ ਮਰਦ ਤਾਨੇ ਨਾਲ ਪਾੜ ਜਾਂਦੇ, ਜਿਉਂਦੇ ਨਹੀਂ ਰਹਿੰਦੇ ਹਨ ਗੈਰਤ ਵਾਲੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸੰਗਤ ਕਰਨ ਦੇ ਨਾਲ ਹੀ ਅਜਰ ਬਚਨ ਸਹਿਣ ਦੀਆਂ ਤਾਕਤਾਂ ਹੋ ਜਾਂਦੀਆਂ, ਉਹਨਾਂ ਵਿੱਚ ਆਪ ਕਿਤਨੀ ਵੱਡੀ ਸ਼ਕਤੀ। ਐਸੇ ਐਸੇ ਭੱਦੇ ਸ਼ਬਦ ਮਾਤਾ ਨੇ ਬੋਲੇ, ਮਹਾਰਾਜ ਦੇ ਸਹੁਰੇ ਨੇ ਬੋਲੇ, ਸਤਿਗੁਰੂ ਨੀਵੀਂ ਪਾ ਕੇ ਬੈਠੇ ਰਹੇ, ਕੋਈ ਉੱਤਰ ਨਹੀਂ ਦਿੱਤਾ ਹੈ। ਐਸਾ ਸਰੂਪ ਸਾਧ ਸੰਗਤ ਜੀ ਦੁਨੀਆ ਵਿੱਚ ਕੌਣ। ਧਰਤੀ ਦੀ ਧੀਰਜ ਵੀ ਖਤਮ ਹੋ ਜਾਂਦੀ ਹੈ। ਕਹੀਏ ਨਾ ਧਰਤੀ ਨੇ ਹੌਸਲਾ ਕਿਤੋਂ ਲਿਆ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ। ਜਿਵੇਂ ਧਰਤੀ ਨੂੰ ਕੋਈ ਵੱਢੀ ਜਾਵੇ, ਸਾੜੀ ਜਾਵੇ, ਰੋੜੀ ਜਾਵੇ, ਬਣਾਈ ਜਾਵੇ, ਕਦੀ ਧਰਤੀ ਸੀ ਨਹੀਂ ਕੀਤੀ। ਇਹ ਸਾਰੇ ਗੁਣ ਧਰਤੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸੋਂ ਪ੍ਰਾਪਤ ਕੀਤੇ ਹੈ। ਕੋਈ ਮਹਾਰਾਜ ਨੂੰ ਪੱਥਰ ਮਾਰੀ ਜਾਵੇ, ਕੋਈ ਮਹਾਰਾਜ ਨੂੰ ਗਾਲਾਂ ਦੇਈ ਜਾਵੇ, ਕੋਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਤਾਨੇ ਮਿਹਣੇ ਦੇਈ ਜਾਵੇ, ਮਹਾਰਾਜ ਮੁਸਕਰਾਉਂਦੇ ਰਹਿੰਦੇ, ਹੱਸਦੇ ਰਹਿੰਦੇ ਹਨ। ਸੋ ਇਸ ਵਾਸਤੇ ਜਦ ਗੁਰਾਂ ਦੀ ਮਹਿਮਾ ਵਡਿਆਈ ਦੇਖੀ ਤੇ ਮੂਲ ਚੰਦ ਮਹਾਰਾਜ ਦਾ ਸਹੁਰਾ ਕਹਿਣ ਲੱਗਾ ਮੇਰੇ ਪਾਸੋਂ ਬੜੀ ਗਲਤੀ ਹੋਈ, ਆਪਣੇ ਮਨ ਵਿੱਚ ਪਛਤਾਤਾਪ ਕਰਨ ਲੱਗਾ, ਗੁਰਾਂ ਦੇ ਪੱਖ ਵਿੱਚ ਹੋ ਗਿਆ। ਆਇਓ ਅਪਰ ਤਜੀ ਸਭ ਗਿਣਤੀ। ਸਾਰੀਆਂ ਗਿਣਤੀਆਂ ਛੱਡ ਦਿੱਤੀਆਂ ਕਿ ਮੇਰੇ ਉਹ ਜਵਾਈ ਨੇ, ਮੈਂ ਸਹੁਰਾ ਹਾਂ, ਮੈਂ ਕਿਉਂ ਉਹਨਾਂ ਦੇ ਕੋਲ ਜਾਵਾਂ। ਨਿਉ ਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਨਿਮਰ ਭਾਵ ਹੋ ਕੇ ਭਾਈ ਮੂਲ ਚੰਦ ਦਰਸ਼ਨ ਕਰਨ ਵਾਸਤੇ ਆਏ। ਹੱਥ ਜੋੜ ਕੇ ਕੀਨੀ ਬਿਨਤੀ। ਹੱਥ ਜੋੜ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਤਿਗੁਰਾਂ ਦੇ ਸਹੁਰੇ ਨੇ ਅਰਜ਼ ਕੀਤੀ, ਤੁਮ ਤੋ ਮਹਾਪੁਰਖ ਹੋ ਪੂਰੇ। ਇਹ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਮਹਾਂਪੁਰਖ ਹੋ, ਪਰਿਪੂਰਨ ਸਮਰੱਥ ਹੋ ਜੀ। ਹਮ ਨਹਿ ਚਲਿਤ ਲਖੇ ਜੋ ਰੂਰੇ। ਮਹਾਰਾਜ ਤੁਹਾਡੇ ਜਿਹੜੇ ਹੈਰਾਨ ਕਰ ਦੇਣ ਵਾਲੇ ਕੌਤਕ ਹਨ, ਅਚਰਜ ਕਰ ਦੇਣ ਵਾਲੇ ਕੌਤਕ ਹੈ,
ਸੱਚੇ ਪਾਤਸ਼ਾਹ ਮੈਂ ਜਾਣ ਨਹੀਂ ਸਕਿਆ ਹਾਂ। ਨਿਸ ਦਿਨ ਨਿੰਦਤ ਰਹੇ ਵਿਸਾਲਾ। ਮੈਂ ਤੇ ਮਹਾਰਾਜ ਦਿਨੇ ਰਾਤ ਤੁਹਾਡੀ ਨਿੰਦਿਆ ਹੀ ਕਰੀ ਗਿਆ, ਮੇਰੇ ਪੱਲੇ ਹੀ ਨਿੰਦਿਆ ਪਈ ਹੋਈ ਸੀ, ਮੈਂ ਤੁਹਾਡੀ ਨਿੰਦਿਆ ਹੀ ਕਰਦਾ ਰਿਹਾ ਹਾਂ। ਬਚੀ ਭਏ ਨਿਤ ਜਗਤ ਜੰਜਾਲਾ। ਮਹਾਰਾਜ ਕਿਉਂਕਿ ਮੈਂ ਤੇ ਸੰਸਾਰ ਦੇ ਜੰਜਾਲ ਦੇ ਵਿੱਚ ਫਸਿਆ ਹੋਇਆ, ਮੈਨੂੰ ਇਹ ਗਿਆਨ ਹੀ ਨਹੀਂ ਸੀਗਾ ਵੀ ਤੁਸੀਂ ਕੀ ਹੋ। ਇਸ ਵਾਸਤੇ ਸੰਸਾਰ ਦੇ ਜੰਜਾਲ ਵਿੱਚ ਫਸਿਆ ਹੋਇਆ ਨਿੰਦਿਆ ਹੀ ਕਰਦਾ ਰਿਹਾ ਹੁਣ ਤੱਕ ਸੱਚੇ ਪਾਤਸ਼ਾਹ ਤੁਹਾਡੀ। ਆਓ ਗੁਣ ਕਰੇ ਬਖਸ਼ੀਏ ਮੋਹੀ। ਇਹ ਮਹਾਰਾਜ ਜਿੰਨੇ ਮੇਰੇ ਗੁਨਾਹ ਹੋਏ, ਗਲਤੀਆਂ ਹੋਈਆਂ, ਤੁਹਾਨੂੰ ਖੋਟੇ ਸ਼ਬਦ ਬੋਲਣ ਦੇ, ਭੈੜੇ ਬੋਲਣ ਦੇ, ਜੋ ਵੀ ਮੇਰੇ ਪਾਸੋਂ ਹੋਇਆ ਮਹਾਰਾਜ ਸਾਰਾ ਮੇਰਾ ਖਿਮਾ ਕਰ ਦੇਵੋ ਜੀ। ਆਹ ਹਮਾਰੀ ਲੱਜਿਆ ਤੋਹੀ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਤੁਹਾਡਾ ਸਾਡਾ ਸੰਸਾਰਕ ਰਿਸ਼ਤਾ ਇਹ ਜਿਹਾ ਹੈ, ਹੁਣ ਸਾਡੀ ਲਾਜ ਸ਼ਰਮ ਤੁਹਾਨੂੰ ਹੈ, ਤੁਹਾਨੂੰ ਹੀ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਡਾ ਸਾਰਾ ਕੁਝ ਹਾਣ ਲਾਭ। ਦੀਨ ਭਏ ਕੋ ਦੇਖ ਦਇਆਲਾ। ਉਹ ਦੀਨਾਂ ਤੇ ਦਇਆ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਹੁਰੇ ਨੂੰ ਦੀਨਤਾ ਦੇ ਘਰ ਵਿੱਚ ਦੇਖਿਆ ਹੈ। ਕਹੇ ਬਚਨ ਕਰ ਕਿਰਪਾ ਵਿਸਾਲਾ। ਵੱਡੀ ਭਾਰੀ ਦਇਆ ਦੇ ਘਰ ਵਿੱਚ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਹੁਰਾ ਨੂੰ ਕਹਿਣ ਲੱਗੇ, ਸਿਮਰੋ ਸਤਨਾਮ ਗਤ ਦਾਈ। ਅੱਛਾ ਬਈ, ਜੇ ਤੁਹਾਨੂੰ ਸੁਮਤ ਆ ਹੀ ਗਈ ਹੈ, ਤੁਸੀਂ ਰੱਬ ਦੇ ਨਾਲ ਜੋੜੀ ਗਏ ਹੋ, ਤੇ ਫਿਰ ਆ ਦੁਨਿਆਵੀ ਜਿਹੜੇ ਹੈ ਨਾ ਸੋਚਾਂ ਇਹਨਾਂ ਨੂੰ ਛੱਡ ਦੇਵੋ। ਹਰ ਵੇਲੇ ਕਰਤੇ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਕਰੋ। ਸਤ ਸੰਗਤ ਮਹਿ ਮਿਲ ਸੁਖ ਪਾਈ। ਅਤੇ ਜੋ ਗੁਰੂ ਕੀਆਂ ਸੰਗਤਾਂ ਆਉਂਦੀਆਂ ਪਰਮੇਸ਼ਵਰ ਦਾ ਨਾਮ ਜਪਦੀਆਂ ਸਿਮਰਨ ਕਰਦੀਆਂ, ਇਹਨਾਂ ਸੰਗਤਾਂ ਦੇ ਨਾਲ ਮਿਲ ਕੇ ਤੁਸੀਂ ਵੀ ਸਿਮਰਨ ਕਰਿਆ ਕਰੋ, ਉਹਦਾ ਜਸ ਗਾਇਆ ਕਰੋ, ਉਹਦੀ ਵਡਿਆਈ ਕਰਿਆ ਕਰੋ। ਕਰ ਬੰਦਨ ਕਰ ਤਾਰ ਅਗਾਰੀ। ਇਸ ਤਰ੍ਹਾਂ ਕਰਤੇ ਪੁਰਖ ਵਾਹਿਗੁਰੂ ਦੇ ਅੱਗੇ ਨਮਸਕਾਰ ਕਰਨੀ ਹੈ। ਪਾਵੋਂਗੇ ਅਪਵਰਗ ਸੁਖਾਰੀ। ਤੇ ਜੇ ਇਹ ਸਾਡਾ ਬਚਨ ਮੰਨੋਗੇ ਨਾ, ਤੇ ਤੁਹਾਨੂੰ ਮਹਾ ਮੁਕਤੀ ਦੀ ਦਾਤ ਬੜੀ ਸੁਖੈਨ ਹੀ ਪ੍ਰਾਪਤ ਹੋ ਜਾਵੇਗੀ, ਕੋਈ ਕਸ਼ਟ ਨਹੀਂ ਕਰਨਾ ਪਵੇਗਾ। ਇਸ ਵਿਧ ਸੁਨ ਕੈ ਸੀਸ ਨਿਵਾਇਓ। ਇਹ ਬਚਨ ਸੁਣੇ ਬਾਬੇ ਮੂਲ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਸਿਰ ਨਵਾ ਕੇ। ਮੋਹ ਪਟਲ ਤਤ ਛਿਨ ਬਿਲ ਗਾਇਓ। ਜਦ ਨਮਸਕਾਰ ਕੀਤੀ, ਉਹ ਜਿਹੜਾ ਮੋਹ ਦਾ ਪਰਦਾ ਪਿਆ ਹੋਇਆ ਸੀ, ਮੋਹ ਦੀ ਕਣਾਤ ਤਣੀ ਹੋਈ ਸੀ, ਇਹ ਮੈਂ ਹਾਂ, ਇਹ ਮੇਰਾ ਹੈ, ਇਹ ਨੁਕਸਾਨ ਕਰੀ ਜਾਂਦਾ, ਮੇਰੀ ਧੀ ਬੜੀ ਔਖੀ ਹੈ, ਮੇਰੇ ਦੋਹਤੇ ਰੁਲਦੇ ਫਿਰਦੇ ਆ, ਆਦਿਕ ਆਦਿਕ, ਉਹ ਸਾਰਾ ਮੋਹ ਦੂਰ ਹੋ ਗਿਆ। ਸਿਮਰਨ ਮਹਿ ਲਿਵ ਲਗੀ ਸੁਹੇਲੀ। ਉਸੇ ਵੇਲੇ ਨਿਰੰਕਾਰ ਕਰਤੇ ਪੁਰਖ ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜ ਗਏ ਬਾਬਾ ਮੂਲ ਚੰਦ ਜੀ। ਤਜੀ ਪਹਿਲ ਕੀ ਦ્વੈਤ ਦੁਹੇਲੀ। ਉਹ ਜਿਹੜੀ ਦੁੱਖ ਦੇਣ ਵਾਲੀ ਦਵੈਸ਼ ਸੀ, ਈਰਖਾ ਸੀਗੀ, ਉਹ ਤਿਆਗ ਦਿੱਤੀ। ਆਨ ਸਦਨ ਨਿਜ ਤੀਏ ਸਮਝਾਈ। ਤੇ ਘਰ ਆ ਗਏ ਨੇ ਬਾਬਾ ਮੂਲ ਚੰਦ ਜੀ। ਆਣ ਕੇ ਆਪਣੀ ਘਰਵਾਲੀ ਜੋ ਸਤਿਗੁਰਾਂ ਦੀ ਸੱਸ ਹੈ ਚੰਦੋ ਰਾਣੀ, ਜਦ ਵੀ ਬੋਲਦੀ ਜਿਵੇਂ ਬਿਜਲੀ ਕੜਕਦੀ ਇਸ ਤਰ੍ਹਾਂ ਗੱਜਦੀ, ਉਹਨੂੰ ਵੀ ਆਣ ਕੇ ਬਾਬੇ ਮੂਲ ਚੰਦ ਨੇ ਸਮਝਾਇਆ। ਪਾਛਲ ਬਾਤਨ ਤੇ ਪਛਤਾਈ। ਤੇ ਜਦ ਗਿਆਨ ਹੋ ਗਿਆ ਮਾਤਾ ਚੰਦੋ ਰਾਣੀ ਨੂੰ, ਉਸ ਵੇਲੇ ਬੜਾ ਪਛਤਾਤਾਪ ਹੋਇਆ ਵੀ ਸਾਡੇ ਪਾਸੋਂ ਵੱਡੀ ਭੁੱਲ ਹੋਈ ਹੈ, ਅਸੀਂ ਤਾਂ ਸੰਸਾਰੀ ਜਵਾਈ ਸਮਝ ਕੇ ਜੋ ਵੀ ਮੂੰਹ ਆਇਆ ਬੋਲੀ ਗਏ, ਇਹ ਨਹੀਂ ਸੀ ਬੋਲਣਾ ਚਾਹੀਦਾ। ਬਹੁਤ ਪਛਤਾਉਣ ਲੱਗੀ ਮਾਤਾ। ਕਿਤਕ ਕਾਲ ਕੀਨੋ ਸਤ ਸੰਗਾ। ਇਸ ਤਰ੍ਹਾਂ ਕੁਝ ਕੁ ਸਮਾਂ ਦੋਵਾਂ ਨੇ ਸਤਿਗੁਰਾਂ ਦੇ ਸੱਸ ਤੇ ਸਹੁਰੇ ਨੇ ਗੁਰੂ ਕੀ ਸੰਗਤ ਨਾਲ ਮਿਲ ਕੇ ਸਤਸੰਗ ਕੀਤਾ। ਹਰ ਚਰਨਨ ਮਹਿ ਪ੍ਰੇਮ ਉਮੰਗਾ। ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਭਾਰੀ ਪ੍ਰੀਤੀ ਪੈ ਗਈ ਦੋਵਾਂ ਦੀ। ਭਏ ਬਿਬੇਕੀ ਥੋਰਨ ਦਿਨ ਮੈਂ। ਸੱਚੇ ਪਾਤਸ਼ਾਹ ਨੇ ਕਿਰਪਾ ਹੀ ਇਹੋ ਜੀ ਕਰ ਦਿੱਤੀ, ਥੋੜੇ ਦਿਨਾਂ ਦੇ ਵਿੱਚ ਵਿਵੇਕ ਬੁੱਧੀ ਜਿਹੜੀ ਉਹ ਪ੍ਰਾਪਤ ਹੋ ਗਈ, ਗਿਆਨ ਹੋ ਗਿਆ, ਵਿਚਾਰ ਜਿਹੜੀ ਹੈ ਉਹ ਪ੍ਰਗਟ ਹੋ ਗਈ ਹਿਰਦੇ ਵਿੱਚੋਂ। ਸਤ ਅਸਤ ਲਖਿਓ ਸਭ ਮਨ ਮੈਂ। ਸਾਰਾ ਮਨ ਦੇ ਵਿੱਚ ਚਾਨਣਾ ਹੋ ਗਿਆ, ਗਿਆਨ ਹੋ ਗਿਆ, ਝੂਠ ਕੀ ਹੈ, ਸੱਚ ਕੀ ਹੈ। ਆਰ ਬਲਾ ਪੂਰਨ ਪੁਨ ਹੋਈ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋ ਗਈ, ਗਿਆਨ ਹੋ ਗਿਆ। ਸਿਮਰਨ ਭਜਨ ਜਿਹੜਾ ਸੀ ਉਹ ਨਿਪਰੇ ਚੜ ਗਿਆ, ਬੰਦਗੀ ਨੂੰ ਫਲ ਲੱਗ ਗਿਆ।
ਉਮਰ ਵੀ ਨਾਲ ਪੁੱਗ ਗਈ, ਪੂਰੀ ਹੋ ਗਈ, ਸੋ ਦਿਨ ਆਵਣ ਲੱਗਾ। ਸੁਖ ਸੋ ਤਨ ਤਜਗੇ ਤਬ ਦੋਈ। ਇਹ ਦੋਵੇਂ ਹੀ ਸਤਿਗੁਰਾਂ ਦੀ ਸੱਸ ਤੇ ਸਹੁਰਾ ਚੰਦੋ ਰਾਣੀ ਤੇ ਬਾਬਾ ਮੂਲ ਚੰਦ ਨੇ ਸਰੀਰ ਤਿਆਗ ਦਿੱਤਾ। ਗਾਵਨੇ ਪ੍ਰਭ ਕੇ ਭਵਨ ਸੁਹਾਵਨਾ। ਕਰਤੇ ਪੁਰਖ ਵਾਹਿਗੁਰੂ ਦੇ ਸੱਚਖੰਡ ਨੂੰ ਚਲੇ ਗਏ ਹਨ ਦੋਨੋਂ ਹੀ। ਪਹੁੰਚੇ ਜਹਾਂ ਭਗਤ ਮਨ ਪਾਵਨ। ਜਿੱਥੇ ਪਵਿੱਤਰ ਰੂਹਾਂ ਸਤਿਗੁਰਾਂ ਦੇ ਪ੍ਰੇਮੀ ਭਗਤ ਵਸਦੇ ਐ, ਉਸ ਨਗਰੀ ਵਿੱਚ, ਉਸ ਬੈਕੁੰਠ ਧਾਮ ਦੇ ਵਿੱਚ ਇਹ ਦੋਵੇਂ ਰੂਹਾਂ ਸਤਿਗੁਰਾਂ ਦਾ ਸੱਸ ਤੇ ਸਹੁਰਾ ਪਹੁੰਚ ਗਏ। ਸ੍ਰੀ ਨਾਨਕ ਤਿਨ ਕੀ ਗਤ ਕਰ ਧੰਨ ਗੁਰੂ ਕੈ। ਨਾਨਕ ਪਾਤਸ਼ਾਹ ਮਹਾਰਾਜ ਨੇ ਕਿੱਡੀ ਵੱਡੀ ਭਾਰੀ ਕਿਰਪਾ ਕੀਤੀ ਹੈ। ਬੁਰਿਆਂ ਦਾ ਭਲਾ ਕਰਨਾ ਇਹ ਕਿਸੇ ਨੇ ਸਿੱਖਣਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੋਂ ਸਿੱਖੇ। ਅੱਜ ਕੱਲ੍ਹ ਦਾ ਜਵਾਈ ਹੁੰਦਾ ਨਾ, ਉਹਨੇ ਕਹਿਣਾ ਚੰਗਾ ਗਲੋਂ ਲੱਥੇ ਐ, ਗਾਲਾਂ ਹੀ ਦਿੰਦੇ ਰਹਿੰਦੇ ਸੀਗੇ, ਨਾਲੇ ਜ਼ਮੀਨ ਸੰਭਾਲਾਂਗੇ, ਘਰ ਬੂਆ ਸੰਭਾਲਾਂਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਸੱਚ ਦੇ ਰਸਤੇ ਤੇ ਪਾਇਆ, ਨਿਰਾ ਰਾਹ ਹੀ ਨਹੀਂ ਪਾਇਆ, ਤੁਰ ਜਿੱਥੇ ਮੰਜ਼ਿਲ ਸੀ ਉੱਥੇ ਪਹੁੰਚਾ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਨੇ। ਰਹੇ ਤਹਾਂ ਸਿਖ ਪ੍ਰੇਮ ਵਿਚਰ ਕੈ। ਆਪ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਾਬੇ ਅਜਿੱਤੇ ਰੰਧਾਵੇ ਦੇ ਖੂਹ ਤੇ ਬੈਠੇ ਰਹੇ ਹਨ। ਕਿਤਕ ਦਿਨਨ ਪੁਨ ਕੀਨ ਤਿਆਰੀ। ਕੁਝ ਕੁ ਦਿਨਾਂ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਜਾਣ ਵਾਸਤੇ ਤਿਆਰ ਹੋਏ। ਸਭ ਕੋ ਦਈ ਧੀਰ ਕਹਿ ਭਾਰੀ। ਜਿਤਨੀਆਂ ਵੀ ਸੰਗਤਾਂ ਸੀਗੀਆਂ ਸਾਰਿਆਂ ਨੂੰ ਕਿਹਾ ਚੰਗਾ ਭਾਈ ਅਸੀਂ ਹੁਣ ਅੱਗੇ ਜਾਣਾ ਹੈ। ਸੰਗਤਾਂ ਦੇ ਵਿੱਚ ਪਿਆਰ ਸੀ ਬਾਹਲਾ ਜ਼ਿਆਦਾ, ਬਹਿਬਲ ਹੋਈਆਂ ਸੰਗਤਾਂ। ਸੱਚੇ ਪਾਤਸ਼ਾਹ ਮਹਾਰਾਜ ਦਾ ਵਿਛੋੜਾ ਝੱਲਿਆ ਨਹੀਂ ਜਾਂਦਾ। ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਰਿਆਂ ਨੂੰ ਹੌਸਲਾ ਦਿੱਤਾ ਰਾਵੀ ਤਟ ਪਰ ਕੀਨ ਭਿਆਨਾ। ਤੇ ਚਲਦੇ ਚਲਦੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਰਾਵੀ ਦਰਿਆ ਦੇ ਕਿਨਾਰੇ ਤੇ ਜਾ ਸੁਣ ਲਾਇਆ। ਪਾਛੇ ਗਮਨਤ ਮੈਂ ਮਰਦਾਨਾ। ਭਾਈ ਬਾਬਾ ਬਾਲਾ ਸਾਹਿਬ ਜੀ ਦੱਸ ਰਹੇ ਹੈ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੂੰ ਕਥਾ ਸੁਣਾ ਰਹੇ ਹੈ। ਕਹਿੰਦੇ ਜਦ ਸਤਿਗੁਰਾਂ ਨੇ ਚਾਲਾ ਮਾਰਿਆ, ਮੈਂ ਤੇ ਭਾਈ ਮਰਦਾਨਾ ਅਸੀਂ ਵੀ ਪਿੱਛੇ ਪਿੱਛੇ ਚੱਲ ਪਏ ਸਤਿਗੁਰਾਂ ਦੇ। ਸੁੰਦਰ ਤੀਰ ਦੇਖ ਇਕ ਥਾਈ। ਸੋ ਰਾਵੀ ਦਰਿਆ ਦੇ ਕਿਨਾਰੇ ਤੇ ਇੱਕ ਸੋਹਣੀ ਸੁੰਦਰ ਜਗ੍ਹਾ ਦੇਖ ਕੇ ਬੈਠ ਗਏ ਤਹ ਸ੍ਰੀ ਜਗ ਸਾਈ। ਸਾਰੀ ਸ੍ਰਿਸ਼ਟੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਸਣ ਲਾ ਲਿਆ। ਹੋਏ ਰਹੇ ਤਬ ਪੌਨ ਆਹਾਰੀ। ਜਿਸ ਵੇਲੇ ਗਰੀਬ ਨਵਾਜ ਜੀ ਰਾਵੀ ਦਰਿਆ ਦੇ ਕਿਨਾਰੇ ਤੇ ਗਏ ਨਾ, ਪੜਾਓ ਕੀਤਾ, ਡੇਰਾ ਕੀਤਾ ਹੈ, ਫਿਰ ਜਲ ਪਾਣੀ ਪ੍ਰਸ਼ਾਦਾ ਪਾਣੀ ਸਭ ਤਿਆਗ ਦਿੱਤਾ। ਕੇਵਲ ਹਵਾ ਹੀ ਛਕਦੇ ਹੈ, ਹਵਾ ਹੀ ਅੰਦਰ ਲੈਂਦੇ ਹੈ, ਬਾਕੀ ਕੋਈ ਵਸਤੂ ਦਾ ਸੇਵਨ ਨਹੀਂ ਕਰਦੇ, ਨਾ ਦੁੱਧ ਨਾ ਜਲ ਨਾ ਪ੍ਰਸ਼ਾਦਾ, ਕੋਈ ਵੀ ਵਸਤੂ ਛਕਦੇ ਨਹੀਂ ਹਨ। ਜਿਉ ਤਪੀਸ਼ ਤਪ ਤਾਪਹਿ ਪਾਰੀ। ਜਿਵੇਂ ਕੋਈ ਤਪਸਵੀ ਜਿਹੜਾ ਹੈ ਬਹੁਤ ਵੱਡਾ ਭਾਰੀ ਤਪ ਕਰਦਾ ਹੈ। ਸੁਨ ਸੁਨ ਲੋਕ ਤਹਾਂ ਚਲ ਆਏ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਦੁਨੀਆ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਸਾਨੂੰ ਤਾਰਨ ਵਾਸਤੇ ਆਏ ਹੋਏ। ਜਿਵੇਂ ਜਿਵੇਂ ਪਤਾ ਲੱਗਦਾ ਹੈ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਲੋਕ ਸੰਗਤਾਂ ਘਰਾਂ ਤੋਂ ਚੱਲਦੀਆਂ ਮਹਾਰਾਜ ਦੇ ਜਾ ਕੇ ਦਰਸ਼ਨ ਕਰਦੇ ਹਨ। ਹਿਤ ਕਰ ਪਦ ਪੰਕਜ ਲਪਟਾਏ। ਅਤੇ ਸਤਿਗੁਰਾਂ ਦੇ ਜਾ ਕੇ ਚਰਨਾਂ ਤੇ ਨਮਸਕਾਰ ਕਰਦੇ ਗੁਰੂ ਕੇ ਪਿਆਰੇ। ਲੈ ਉਪਦੇਸ਼ ਸਿੱਖ ਬਹੁ ਹੋਵਹਿ। ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ, ਕਿਰਪਾ ਕਰਦੇ ਹਨ ਤੇ ਗੁਰਾਂ ਦਾ ਉਪਦੇਸ਼ ਗ੍ਰਹਿਣ ਕਰਕੇ ਬੇਅੰਤ ਗੁਰੂ ਕੀ ਸੰਗਤ ਸਤਿਗੁਰਾਂ ਦੀ ਸਿੱਖੀ ਨੂੰ ਧਾਰਨ ਕਰ ਗਈ। ਸੇਵਹਿ ਸਗਰੇ ਦੋਖਨ ਖੋਵਹਿ। ਸੱਚੇ ਪਾਤਸ਼ਾਹ ਮਹਾਰਾਜ ਦੀ ਸੇਵਾ ਕਰਦੇ ਲੋਕ ਸਾਰੇ ਦੁੱਖ ਦੂਰ ਹੋ ਜਾਂਦੇ ਆ। ਤਿੰਨ ਤਾਪ ਸਾਧ ਸੰਗਤ ਜੀ ਇਹ ਮੰਨੇ ਜਾਂਦੇ, ਆਦ ਵਿਆਦ ਤੇ ਅਪਾਦ। ਅਪਾਦੀ ਦਾ ਤਾਪ, ਸੋ ਇਸੇ ਪ੍ਰਕਾਰ ਮਨ ਵਿਕਾਰੀ ਹੋ ਜਾਂਦਾ ਹੈ। ਆਦਿਕ ਸਾਰੀਆਂ ਬਿਮਾਰੀਆਂ ਵਿਕਾਰ ਦੂਰ ਕਰ ਦਿੱਤੇ ਸਤਿਗੁਰਾਂ ਨੇ ਆਪਣੇ ਸਤਸੰਗੀਆਂ ਦੇ। ਇਕ ਤੇ ਜਸ ਦੂਸਰ ਸੁਨ ਕਾਨਾ। ਇੱਕ ਤਾਂ ਦੂਆ ਜਸ ਸੁਣਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ। ਆਵਹਿ ਦਰਸ਼ਨ ਹਿਤ ਤਹ ਥਾਨਾ। ਤੇ ਸਤਿਗੁਰਾਂ ਦੀ ਸੋਭਾ ਸੁਣ ਕੇ ਉਹ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਗ੍ਰਾਮ ਨਗਰ ਤਹ ਨਿਕਟ ਜੋ ਅਹੀ। ਲਾਗੇ ਲਾਗੇ ਦੇ ਜਿਹੜੇ ਪਿੰਡ ਹਨ, ਸ਼ਹਿਰ ਹਨ ਆਦਿਕ, ਮਿਲਹਿ ਪਰਸਪਰ ਉਸ ਤਤ ਕਹੀ। ਉਹ ਆਪਸ ਵਿੱਚ ਮਿਲਦੇ ਆ ਕਿਸੇ ਕੰਮਕਾਰ ਦੇ ਹਿਸਾਬ ਨਾਲ। ਤੇ ਜਿੱਥੇ ਵੀ ਕੋਈ ਮਿਲਦੇ ਆ ਦੁਨੀਆ ਦੇ ਲੋਕ, ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਚਾ ਜ਼ਰੂਰ ਕਰਦੇ ਆ।
ਗੁਰੂ ਕੀ ਸੋਭਾ ਵਡਿਆਈ ਜ਼ਰੂਰ ਕਰਦੇ ਹਨ। ਪੂਰਨ ਪੁਰਖ ਵੱਡਾ ਇਹ ਸਾਧੂ। ਕਹਿੰਦੇ ਐ ਇਹ ਜਿਹੜੇ ਸਾਧੂ ਆਪਣੇ ਰਾਵੀ ਦਰਿਆ ਦੇ ਕਿਨਾਰੇ ਧਿਆਨ ਡੇਰਾ ਲਾਇਆ ਹੈ ਨਾ, ਇਹ ਪੂਰਨ ਪੁਰਖ ਹਨ। ਜਿਸ ਦਰਸ਼ਨ ਨਾ ਸਹੇ ਅਪਰਾਧੂ। ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਲਾਵਾਨ ਗੁਣਵਾਨ ਮਹਾਨਾ। ਇਹ ਕਲਾਵਾਨ ਹਨ, ਸਾਰੇ ਗੁਣਾਂ ਦੇ ਮਾਲਕ ਹਨ। ਹੋਵਤ ਸਾਚ ਜੋ ਕਰਹਿ ਬਖਾਨਾ। ਭਾਈ ਜੋ ਵੀ ਰਸਨਾ ਤੋਂ ਬਚਨ ਕਰ ਦਿੰਦੇ ਆ ਉਹ ਉਸੇ ਵੇਲੇ ਪੂਰਾ ਹੋ ਜਾਂਦਾ। ਇਹਨਾਂ ਦਾ ਕੀਤਾ ਹੋਇਆ ਬਚਨ ਖਾਲੀ ਨਹੀਂ ਜਾਂਦਾ। ਨਿਤ ਸਾਹਿਬ ਮੈਂ ਪ੍ਰੀਤ ਜਿਸ ਕੀ ਪ੍ਰੀਤਾ। ਸੋ ਨਿਤਾ ਪ੍ਰਤੀ ਪਰਮੇਸ਼ਵਰ ਨਾਲ ਪਿਆਰ ਕਰਦੇ, ਦੁਨਿਆਵੀ ਵਸਤੂਆਂ ਨਾਲ ਇਹਨਾਂ ਦਾ ਪਿਆਰ ਨਹੀਂ ਹੈ। ਸ਼ਾਂਤ ਰੂਪ ਨਹਿ ਡੋਲੇ ਚੀਤਾ। ਮਨ ਜਿਹੜਾ ਹਰ ਵੇਲੇ ਅਡੋਲ ਰਹਿੰਦਾ, ਸ਼ਾਂਤ ਸਰੂਪ ਹਨ, ਕਦੀ ਮਨ ਦੇ ਵਿੱਚ ਲੁਭਾਏਮਾਨ ਚਲਾਏਮਾਨ ਨਹੀਂ ਹੁੰਦਾ। ਇਹਨਾਂ ਦਾ ਮਨ ਇੱਕ ਰਸ ਰਹਿੰਦਾ ਹੈ, ਅਡੋਲ। ਇਹ ਦਰਵੇਸ਼ ਖੁਦਾਏ ਪਿਆਰਾ। ਕਹਿਣ ਲੱਗੇ ਜੀ ਇਹ ਤੇ ਰੱਬ ਦਾ ਪਿਆਰਾ ਬੰਦਾ ਦਰਵੇਸ਼ ਬੰਦਾ ਹੈ ਜੋ ਰਾਵੀ ਦੇ ਕਿਨਾਰੇ ਤੇ ਆਣ ਕੇ ਬੈਠੇ ਹੋਏ ਐ। ਕਿਧੋ ਖੁਦਾਏ ਆਪ ਤਨ ਧਾਰਾ। ਕੁਝ ਲੋਕ ਕਹਿੰਦੇ ਐ ਵੀ ਖੁਦਾਈ ਬੰਦਾ ਹੀ ਨਹੀਂ ਹੈ, ਸਾਨੂੰ ਤਾਂ ਐਂ ਲੱਗਦਾ ਰੱਬ ਆਪ ਹੀ ਆ ਗਿਆ, ਖੁਦਾ ਆਪ ਹੀ ਚੱਲ ਕੇ ਆ ਗਿਆ ਦੁਨੀਆ ਨੂੰ ਤਾਰਨ ਵਾਸਤੇ। ਬਹੁ ਨਰ ਆਨ ਬੂਝ ਨਾ ਕਰਹੀ। ਇਸ ਤਰ੍ਹਾਂ ਬੜੇ ਲੋਕ ਆਣ ਕੇ ਪੁੱਛਦੇ ਹਨ। ਤੂਰਨ ਸਭ ਕੋ ਪ੍ਰਸ਼ਨ ਉਚਰਹੀ। ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਸ਼ਨ ਕਰਦੇ, ਮਹਾਰਾਜ ਆਹ ਕਾਰਜ ਕਿਵੇਂ ਕਰੀਏ। ਕਿਸੇ ਸਾਧੂ ਨਾਲ ਪਿਆਰ ਹੋਵੇ ਨਾ, ਸਾਧੂਆਂ ਦੀ ਮੱਤ ਉੱਚੀ ਹੁੰਦੀ ਸਿਮਰਨ ਭਜਨ ਕਰਨ ਕਰਕੇ। ਇਸ ਵਾਸਤੇ ਕਈ ਵਾਰ ਗ੍ਰਸਤੀ ਲੋਕ ਜਿਹੜੇ ਹਨ ਸਮਝ ਨਾ ਪਵੇ ਤੇ ਸਾਧੂਆਂ ਕੋਲ ਜਾਂਦੇ, ਮਹਾਰਾਜ ਇਹ ਕਾਰਜ ਕਰਨਾ ਕਿਵੇਂ ਕਰੀਏ। ਤੇ ਸਾਧੂਆਂ ਦੀ ਮਨ ਨੀਵਾਂ ਤੇ ਮੱਤ ਉੱਚੀ ਹੁੰਦੀ ਹੈ, ਤੇ ਉੱਚੀ ਮੱਤ ਦੇ ਨਾਲ ਉੱਚੇ ਵਿਚਾਰ ਆਪਣੇ ਸੰਗੀਆਂ ਨੂੰ ਦਿੰਦੇ। ਕਿਸੇ ਦੇ ਮਨ ਵਿੱਚ ਕੋਈ ਫੁਰਨਾ ਆਵੇ, ਕੋਈ ਵਿਚਾਰ ਆਵੇ, ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਜਾ ਕੇ ਬੇਨਤੀ ਕਰਦੇ ਹਨ। ਸੰਨਿਆਸੀ ਬ੍ਰਹਮਚਾਰੀ ਗ੍ਰਹਸਤੀ। ਬੜੇ ਬੜੇ ਸੰਨਿਆਸੀ ਬ੍ਰਹਮਚਾਰੀ ਗ੍ਰਸਤੀ ਲੋਕ, ਤਪੀ ਬੈਰਾਗੀ ਬਾਨ ਜੇ ਪ੍ਰਸਤੀ। ਇਸੇ ਤਰ੍ਹਾਂ ਬੈਰਾਗੀ ਲੋਕ, ਤਪੀਸਰ ਲੋਕ, ਤਪੀਏ ਤੇ ਬਾਣ ਪ੍ਰਸਤੀ। ਜੋਗੀ ਬਹੁਰ ਵੈਸ਼ਨੋ ਜੋ। ਇਸੇ ਤਰ੍ਹਾਂ ਜੋਗੀ ਲੋਕ ਤੇ ਵੈਸ਼ਨੂ ਲੋਕ ਜਿਹੜੇ ਹਨ। ਹਿੰਦੂ ਮੁਸਲਮਾਨ ਸਭ ਕੋ। ਕੀ ਹਿੰਦੂ ਕੀ ਮੁਸਲਮਾਨ ਕੋਈ ਵੀ ਹੋਵੇ, ਕਿਸੇ ਫਿਰਕੇ ਨਾਲ ਸੰਬੰਧ ਰੱਖਣ ਵਾਲਾ, ਕਿਸੇ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ, ਘਰ ਗ੍ਰਸਤੀ ਚਲਾਉਣ ਵਾਲਾ, ਘਰ ਨੂੰ ਛੱਡ ਕੇ ਤਿਆਗ ਕੇ ਜੋਗੀ ਹੋਇਆ ਜੋ ਵੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਜਾਂਦੇ ਹਨ। ਆਏ ਜੇ ਸੰਸਾ ਕੋ ਕਰਹੀ। ਤੇ ਆਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਬੇਨਤੀ ਕਰਦੇ, ਮਹਾਰਾਜ ਇਹ ਮੇਰੇ ਮਨ ਵਿੱਚ ਫੁਰਨਾ ਹੈ, ਇਹ ਮੇਰੇ ਮਨ ਵਿੱਚ ਸੰਸਾ ਹੈ, ਸਵਾਲ ਹੈ ਮੇਰਾ ਇੱਕ। ਤਤ ਛਿਨ ਉੱਤਰ ਪ੍ਰਭੂ ਉਚਰਹੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਪ੍ਰਸ਼ਨਾਂ ਦਾ ਉੱਤਰ ਉਸੇ ਵੇਲੇ ਹੀ ਦੇ ਦਿੰਦੇ ਹਨ, ਝਟਪਟ। ਸੁਨ ਸੁਨ ਸ਼ਰਧਾ ਉਰ ਮਹਿ ਧਰਹੀ। ਜਿਵੇਂ ਜਿਵੇਂ ਸਤਿਗੁਰਾਂ ਦੇ ਬਚਨ ਲੋਕ ਸੁਣਦੇ ਹੈ, ਤਿਵੇਂ ਤਿਵੇਂ ਮਨ ਦੇ ਵਿੱਚ ਸ਼ਰਧਾ ਵੱਧਦੀ ਹੈ। ਸ਼ਬਦ ਲਿਖ ਹੈ ਪੁਨ ਬਹੁਰ ਵਿਚਰਹੀ। ਤੇ ਗਰੀਬਨਵਾਜ ਪਾਤਸ਼ਾਹ ਮਹਾਰਾਜ ਦੇ ਪਾਸ ਆਉਂਦੇ ਨੇ ਲੋਕ, ਸਤਿਗੁਰੂ ਜੀ ਕਿਰਪਾ ਕਰਦੇ ਹੈ ਸ਼ਬਦ ਉਚਾਰਦੇ ਬਾਣੀ ਦੇ, ਤੇ ਲੋਕ ਉਹ ਸ਼ਬਦ ਲਿਖ ਕੇ ਲੈ ਜਾਂਦੇ ਤੇ ਘਰਾਂ ਵਿੱਚ ਜਾ ਕੇ ਪਰਿਵਾਰਾਂ ਵਿੱਚ ਬੈਠ ਕੇ ਉਹਨਾਂ ਸ਼ਬਦਾਂ ਨੂੰ ਬੜੇ ਪਿਆਰ ਦੇ ਵਿੱਚ ਆਣ ਕੇ ਗਾਉਂਦੇ ਹਨ, ਸ਼ਬਦ ਪੜ੍ਹਦੇ ਹਨ, ਕੀਰਤਨ ਕਰਦੇ ਹਨ। ਦੋਹਰਾ ਪੁਰ ਲਾਹੌਰ ਕੇ ਮਨੁਜ ਬਹੁ ਹੋਏ ਸੇਵਕ ਆਏ। ਇਸ ਤਰ੍ਹਾਂ ਸੰਗਤ ਜੀ ਕਰਤਾਰਪੁਰ ਸਾਹਿਬ ਤੋਂ ਲਾਹੌਰ ਕੋ ਜ਼ਿਆਦਾ ਦੂਰ ਨਹੀਂ ਹੈ, ਥੋੜਾ ਹੀ ਦੂਰ ਪੈਂਦਾ ਹੈਗਾ। ਤੇ ਲਾਹੌਰ ਦੇ ਲੋਕ ਬੜੇ ਮਹਾਰਾਜ ਦੇ ਸੇਵਕ ਹੋ ਗਏ। ਨਾਮ ਦਾਨ ਇਸ਼ਨਾਨ ਦੇਢ ਸਿੱਖ ਹੈ ਕੀਰਤਨ ਗਾਏ। ਸੱਚੇ ਪਾਤਸ਼ਾਹ ਮਹਾਰਾਜ ਦੇ ਪਾਸ ਆਉਂਦੇ ਹੈ, ਨਾਮ ਦੀਆਂ ਦਾਤਾਂ ਪ੍ਰਾਪਤ ਕਰਦੇ ਹਨ, ਕੀਰਤਨ ਦੀਆਂ ਦਾਤਾਂ ਮਹਾਰਾਜ ਤੋਂ ਕੀਰਤਨ ਕਰਨਾ ਸਿੱਖ ਕੇ ਜਾਂਦੇ ਹਨ। ਚੌਪਈ
ਇੱਕ ਕਰੋੜਿਆ ਖੱਤਰੀਪੁਰ ਸੋ ਮੈਂ। ਲਾਹੌਰ ਦੇ ਵਿੱਚ ਸੰਗਤ ਜੀ ਇੱਕ ਬਹੁਤ ਵੱਡਾ ਖੱਤਰੀ, ਕਰੋੜਾਂਪਤੀ ਉਸ ਜ਼ਮਾਨੇ ਦੇ ਵਿੱਚ, ਧਨ ਦਾ ਅੰਤ ਹੀ ਨਹੀਂ ਸੀ, ਇੱਕ ਖੱਤਰੀ ਰਹਿੰਦਾ ਸੀ। ਉਸਤਤ ਸੁਨਤ ਰਿਸਤ ਅਤੁਰ ਇਹ ਮੈਂ। ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੋਭਾ ਤੇ ਵਡਿਆਈ ਉਹ ਖੱਤਰੀ ਸੁਣਦਾ ਹੈ, ਪਰ ਉਸ ਤੋਂ ਸਤਿਗੁਰਾਂ ਦੀ ਸੋਭਾ ਸੁਣੀ ਨਹੀਂ ਜਾਂਦੀ। ਈਰਖਾ ਕਰਦਾ ਮਹਾਰਾਜ ਦੇ ਨਾਲ। ਕਰ ਕੈ ਡਰ ਕੋ ਤਾਹੇ ਅਗਾਰੀ। ਹਾਂਜੀ। ਕਰ ਕੈ ਡਰ ਕੋ ਤਾਹੇ ਅਗਾਰੀ। ਅੱਗੇ ਪੜੋ। ਗੁਰ ਕੋ ਸੁਜਸ ਨ ਕਰਤ ਉਚਾਰੀ। ਕਿਸੇ ਨੂੰ ਗੁਰੂ ਕੀ ਸੋਭਾ ਵਡਿਆਈ ਕਰਨ ਨਹੀਂ ਦਿੰਦਾ। ਇਹਦੇ ਮਨ ਵਿੱਚ ਬੜਾ ਹੰਕਾਰ ਹੈ। ਇਹ ਸ਼ਾਹੂਕਾਰ ਈਰਖਾ ਬੜਾ ਕਰਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਲ। ਅੱਜ ਵੀ ਬਹੁਤ ਐਸੇ ਲੋਕ ਹਨ ਸਾਧ ਸੰਗਤ ਜੀ, ਆਪ ਨਾ ਦੇ ਚੁਲੂ ਭਰ ਪਾਣੀ ਤੇ ਨਿੰਦੇ ਜਹ ਗੰਗਾ ਆਣੀ। ਆਪ ਦੇ ਕੇ ਘੁੱਟ ਪਾਣੀ ਨਹੀਂ ਕਿਸੇ ਨੂੰ ਪਿਆਉਣ ਜੋਗੇ, ਤੇ ਜਿਨ੍ਹਾਂ ਮਹਾਂਪੁਰਖਾਂ ਨੇ ਸਾਰਾ ਜੀਵਨ ਹੀ ਸੇਵਾ ਵਿੱਚ ਲਾਤਾ, ਤਿਆਗ ਦੀਆਂ ਮੂਰਤੀਆਂ ਨਿੰਦਿਆ ਉਹਨਾਂ ਦੀ ਕਰੀ ਜਾਂਦੇ। ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵੇਲੇ ਵੀ ਇਹ ਸਾਰਾ ਕਾਰਜ ਚੱਲਦਾ ਸੀ। ਇਹ ਸ਼ਾਹੂਕਾਰ ਹੰਕਾਰ ਦੇ ਵਿੱਚ ਮਰਿਆ ਹੋਇਆ, ਈਰਖਾ ਦੀ ਅੱਗ ਵਿੱਚ ਸੜਿਆ ਹੋਇਆ, ਆਪ ਤੇ ਗੁਰੂ ਕੀ ਨਿੰਦਿਆ ਕਰਦਾ ਹੈ। ਜੇ ਕੋਈ ਇਹਦੇ ਸਾਹਮਣੇ ਆਣ ਕੇ ਗੁਰੂ ਦੀ ਸੋਭਾ ਕਰਦਾ ਤੇ ਉਹਦੇ ਨਾਲ ਵੀ ਇਹ ਝਗੜ ਪੈਂਦਾ ਵੀ ਗੁਰੂ ਦੀ ਤੂੰ ਸੋਭਾ ਕਿਉਂ ਕਰਦਾ ਹੈ। ਰਘਬਰ ਸੁਰਪਤ ਸੁਤਪੁਰ ਕੀ ਰਜਧਾਨੀ। ਇਹ ਜਿਹੜਾ ਲਾਹੌਰ ਹੈ ਨਾ, ਲਵ ਹੋਇਆ ਰਾਮ ਜੀ ਦਾ ਪੁੱਤਰ, ਤੇ ਉਹਦੀ ਇਹ ਰਾਜਧਾਨੀ ਹੈ ਲਾਹੌਰ ਸ਼ਹਿਰ। ਕਿਉਂਕਿ ਸਾਧ ਸੰਗਤ ਜੀ ਦੋ ਪੁੱਤਰ ਸੀਗੇ, ਲਵ ਤੇ ਕੁਸ਼, ਤੇ ਲਵ ਨੇ ਲਾਹੌਰ ਵਸਾਇਆ ਤੇ ਕਸ਼ ਨੇ ਕਸੂਰ ਕਹਿੰਦੇ ਵਸਾਇਆ। ਇਹ ਦੋ ਸ਼ਹਿਰ ਰਾਮ ਚੰਦਰ ਜੀ ਮਹਾਰਾਜ ਦੇ ਦੋਨਾਂ ਪੁੱਤਰਾਂ ਦੇ ਵਸਾਏ ਹੋਏ ਹੈ। ਕਹਿੰਦਾ ਇਹ ਜਿਹੜੀ ਲਾਹੌਰ ਰਾਜਧਾਨੀ ਹੈ ਰਾਮਚੰਦਰ ਮਹਾਰਾਜ ਦੇ ਪੁੱਤਰ ਦੀ ਵਸਾਈ ਹੋਈ ਹੈ। ਬਹੁ ਲੋਕਨ ਮੈਂ ਥਾਂ ਪ੍ਰਧਾਨੀ। ਇਸ ਤਰ੍ਹਾਂ ਬਹੁਤ ਲੋਕਾਂ ਦੇ ਵਿੱਚ ਲਾਹੌਰ ਸ਼ਹਿਰ ਮੰਨਿਆ ਜਾਂਦਾ ਹੈ, ਤੇ ਜਿਸ ਤਰ੍ਹਾਂ ਲਾਹੌਰ ਸ਼ਹਿਰ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਹੀ ਉਹ ਸ਼ਾਹੂਕਾਰ ਮੰਨਿਆ ਜਾਂਦਾ। ਬਹੁਤ ਮਾਇਆ ਧਾਰੀ, ਬੜੀ ਦੂਰ ਦੂਰ ਤੱਕ ਉਹਦਾ ਨਾਮ ਹੈ ਸ਼ਾਹੂਕਾਰ ਦਾ। ਕਰਤ ਹਕੂਮਤ 60 ਦਿਨ ਬੀਚੂ। ਇਸ ਤਰ੍ਹਾਂ ਸਾਧ ਸੰਗਤ ਜੀ ਕੁਛ ਇਲਾਕਿਆਂ ਦੇ ਵਿੱਚ ਉਹਦੀ ਹਕੂਮਤ ਚੱਲਦੀ ਹੈ। ਮੂਰਖ ਹੈ, ਸਿਆਣਾ ਨਹੀਂ ਹੈ। ਕਿਉਂਕਿ ਮਹਾਰਾਜ ਕਹਿੰਦੇ ਆ ਨਿੰਦਾ ਭਰੀ ਕਿਸੇ ਕੇ ਨਾਹੀ ਮਨਮੁਖ ਮੁਗਧ। ਮੂਰਖ ਲੋਕ ਨਿੰਦਿਆ ਕਰਦੇ, ਸਿਆਣਾ ਤੇ ਨਿੰਦਿਆ ਕਰਦਾ ਹੀ ਨਹੀਂ। ਨਿੰਦਾ ਹਮਰੀ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਮਾਂ ਪਿਓ ਸਭ। ਕਿਉਂਕਿ ਨਿੰਦਿਆ ਕਰਨ ਦੇ ਨਾਲ ਪਾਪ ਸਾਰੇ ਖਤਮ ਹੋ ਜਾਂਦੇ ਆ। ਜਿਹਦੀ ਹੁੰਦੀ ਨਿੰਦਿਆ ਤੇ ਕਰਨ ਵਾਲੇ ਦੇ ਸਿਰ ਚੜ੍ਹਦੇ ਜਾਂਦੇ ਆ। ਇਹ ਮੂਰਖ ਹੈ, ਰਾਜ ਤੇ ਭੋਗਦਾ। ਕੁਝ ਨਗਰਾਂ ਦੇ ਵਿੱਚ ਇਹਦਾ ਰਾਜ ਹੈ, ਲਾਹੌਰ ਦੇ ਵਿੱਚ ਇਹਦੀ ਚੱਲਦੀ ਹੈ, ਪਰ ਹੈ ਮੂਰਖ, ਮਹਾਰਾਜ ਦੀ ਨਿੰਦਿਆ ਕਰਦਾ ਹੈ। ਜਗਤੇ ਸੁਰ ਉਪ ਉਰ ਨ ਸਹੀਚੂ। ਸੱਚੇ ਪਾਤਸ਼ਾਹ ਮਹਾਰਾਜ ਦੀ ਸੋਭਾ ਇਹਨੂੰ ਚੰਗੀ ਨਹੀਂ ਲੱਗਦੀ ਹੈ। ਇੱਕ ਦਿਨ ਜੋਗੀ ਜਾਚਤ ਫਿਰਤੇ। ਇੱਕ ਦਿਨ ਦਾ ਪ੍ਰਸੰਗ ਹੈ। ਜੋਗੀ ਲੋਕ ਜਿਹੜੇ ਹਨ ਉਹ ਖੱਪਰ ਲੈ ਕੇ ਤੇ ਹੱਥ ਵਿੱਚ ਬੀਣਾ ਲੈ ਕੇ ਤੇ ਘਰਾਂ ਦੇ ਵਿੱਚੋਂ ਮੰਗ ਰਹੇ ਸੀ। ਕਿਉਂਕਿ ਜੋਗੀ ਜਿਹੜੇ ਹੈ ਉਹ ਮੰਗ ਕੇ ਮਧੂਕੜੀ ਮੰਗ ਕੇ ਖਾਂਦੇ ਹਨ, ਤੇ ਮੰਗ ਰਹੇ ਸੀ ਘਰਾਂ ਦੇ ਵਿੱਚ ਜਾ ਕੇ। ਗੁਰੂ ਸ਼ਬਦ ਕੋ ਗਾਵਨ ਕਰਤੇ। ਇਹਨਾਂ ਦਾ ਸੱਚੇ ਪਾਤਸ਼ਾਹ ਮਹਾਰਾਜ ਨਾਲ ਮਿਲਾਪ ਹੋਇਆ ਸੀ ਜੋਗੀਆਂ ਦਾ, ਤੇ ਗੁਰਾਂ ਦੇ ਪਾਸੋਂ ਸ਼ਬਦ ਲਿਖ ਲਿਆ ਸੀ। ਇਸ ਵਾਸਤੇ ਉਹ ਜਿਹੜਾ ਸ਼ਬਦ ਲਿਖਿਆ ਸੀ ਇਹਨਾਂ ਨੇ ਕੰਠ ਕਰ ਲਿਆ, ਯਾਦ ਕਰ ਲਿਆ, ਤੇ ਉਹ ਸ਼ਬਦ ਗਾਉਂਦੇ ਫਿਰਦੇ ਨਾਲੇ ਮੰਗਦੇ ਫਿਰਦੇ ਹਨ ਘਰ ਘਰ। ਹਾਥ ਵਿਖਾ ਕਿੰਗੁਰੀ ਕੋ ਲੀਨੇ। ਹੱਥ ਦੇ ਵਿੱਚ ਕਿੰਗਰੀ ਫੜੀ ਹੋਈ ਹੈ। ਰੀਝ ਬਜਾਵਹਿ ਪ੍ਰੇਮ ਹੈ ਭੀਨੇ। ਤੇ ਬੜੇ ਪਿਆਰ ਦੇ ਰੰਗ ਵਿੱਚ ਆਏ ਹੋਏ ਉਹ ਕਿੰਗਰੀ ਵਜਾਉਂਦੇ ਹਨ। ਫਿਰਤ ਫਿਰਤ ਪਹੁੰਚੇ ਤਹ ਥਾਨੀ। ਇਸ ਤਰ੍ਹਾਂ ਮੰਗਦੇ ਮੰਗਦੇ ਇਹ ਜੋਗੀ ਪਹੁੰਚ ਗਏ ਕਿੱਥੇ? ਬੈਠਿਓ ਜਹਾਂ ਮੰਦ ਮਤ ਮਾਨੀ। ਇਹ ਉੱਥੇ ਪਹੁੰਚ ਗਏ ਜਿੱਥੇ ਇਹ ਅਰਬਪਤੀ ਸ਼ਾਹੂਕਾਰ ਬੈਠਾ ਹੋਇਆ ਸੀ, ਗੁਰਾਂ ਨਾਲ ਈਰਖਾ ਕਰਨ ਵਾਲਾ। ਸ਼ਬਦ ਸੁਨਤ ਮਤ ਸਰ ਬਹੁ ਧਾਰੀ। ਜਿਸ ਵੇਲੇ ਗੁਰਾਂ ਦਾ ਸ਼ਬਦ ਉਚਾਰਨ ਕੀਤਾ ਹੋਇਆ ਸੁਣਿਆ, ਸੜਬਲ ਕੇ ਕੋਲੇ ਹੋ ਗਿਆ ਸ਼ਾਹੂਕਾਰ ਈਰਖਾ ਦੀ ਅੱਗ ਵਿੱਚ। ਜਨ ਬਿਖ ਦੇਤ ਹੋਤ ਦੁਖ ਭਾਰੀ। ਤੇ ਬੜਾ ਭਾਰੀ ਦੁੱਖ ਹੋਇਆ ਇਸ ਨੂੰ।
ਉਹ ਜੋਗੀਆਂ ਦੇ ਸ਼ਬਦ ਪੜ੍ਹਦੇ ਸੁਣਦੇ ਦੇਖ ਕੇ। ਪ੍ਰਭਤਾ ਮਦ ਅੰਧਾ ਅਗਿਆਨੀ। ਕਿਉਂਕਿ ਇਹਦੀ ਪ੍ਰਭਤਾ ਹੀ ਇੰਨੀ ਇਲਾਕੇ ਦੇ ਵਿੱਚ ਰਾਜ ਇਹਦਾ ਕਾਇਮ ਹੋਇਆ ਹੈ ਤੇ ਉਹ ਪ੍ਰਭਤਾ ਦੀ ਪੱਟੀ ਇਹਦੀਆਂ ਅੱਖਾਂ ਤੇ ਬੱਧੀ ਹੋਈ ਹੈ ਵੀ ਤੇਰੇ ਵਰਗਾ ਸ਼ਾਹੂਕਾਰ ਕੋਈ ਨਹੀਂ ਹੈ, ਤੇਰੇ ਵਰਗਾ ਦਲੇਰ ਕੋਈ ਨਹੀਂ ਹੈ। ਇਤਿਆਦਿਕ ਸੰਤਨ ਤੇ ਬੇਮੁਖ ਸੁਖ ਹਾਨੀ। ਪਰ ਸਾਧ ਸੰਗਤ ਜੀ ਸਾਧੂਆਂ ਤੋਂ ਬੇਮੁਖ ਹੈ। ਜਿਹੜਾ ਵੀ ਸਾਧੂਆਂ ਤੋਂ ਬੇਮੁਖ ਹੁੰਦਾ ਹੈ ਨਾ, ਉਹਨੂੰ ਕਦੀ ਸੁਖ ਪ੍ਰਾਪਤ ਨਹੀਂ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ, ਬੇਮੁਖ ਹੋਏ RAM ਦੇ ਲੱਗਣ ਜਨਮ ਵਿਜੋਗ, ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਕਿਸ ਤੈ ਰੋਵਹਿ ਰੋਜ਼। ਕੋਈ ਵਿਚੋਲਾ ਨਹੀਂ ਮੁੜ ਕੇ ਬਣਨਾ, ਸਾਧੂ ਹੀ ਬਣਦੇ ਆ, ਕਿਉਂਕਿ RAM ਦਾ ਰੂਪ ਹੁੰਦੇ ਆ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਹਰ ਜਨ ਦੁਈ ਏਕ ਹੈ, ਬੇਵਿਚਾਰ ਕਿਛ ਨਾਹੇ, ਜਲ ਤੇ ਉਪੀ ਤਰੰਗ ਜਿਉ ਜਾਲੀ। ਸਾਧੂ ਤੇ ਮਹਾਂਪੁਰਖ ਤੇ ਕਰਤਾ ਪੁਰਖ ਇੱਕੋ ਹੀ ਸਰੂਪ ਹਨ। ਇਸ ਵਾਸਤੇ ਸਾਧੂਆਂ ਦੀ ਨਿੰਦਿਆ ਕਰਦਾ ਹੈ। ਮਨ ਵਿੱਚ ਇਹਦੇ ਈਰਖਾ ਲੱਗੀ ਰਹਿੰਦੀ ਹੈ, ਸੜਿਆ ਰਹਿੰਦਾ ਹੈ ਈਰਖਾ ਦੀ ਅੱਗ ਵਿੱਚ ਕਿ ਮੇਰੇ ਵਰਗਾ ਕੋਈ ਨਹੀਂ ਹੈ। ਛਾਤੀ ਜਰਤ ਮਹਾ ਦੁਖ ਪਾਵਤ। ਸਤਿਗੁਰਾਂ ਦੇ ਸ਼ਬਦ ਸੁਣਦਾ, ਉਸਤਤ ਸੁਣਦਾ ਤੇ ਇਹਦੀ ਛਾਤੀ ਜਲ ਜਾਂਦੀ, ਕੋਲੇ ਹੋ ਜਾਂਦਾ, ਸੜਕੇ ਸਵਾਹ ਹੋ ਜਾਂਦਾ ਹੈਗਾ। ਤਬ ਜੋਗੀ ਇਹ ਤੁਕ ਥੇ ਗਾਵਤ। ਤੇ ਇਹ ਜੋਗੀ ਜਿਹੜੇ ਆ ਇਹ ਪੰਕਤੀ ਗਾ ਰਹੇ ਸੀ ਉਸ ਵੇਲੇ ਸਤਿਗੁਰਾਂ ਦਾ ਸ਼ਬਦ। ਸ਼੍ਰੀ ਮੁਖਵਾਕ ਮਹੱਲਾ ਪਹਿਲਾ। ਪਹਿਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪਾਸ ਇਹ ਜੋਗੀ ਗਏ ਸੀਗੇ ਤੇ ਗੁਰਾਂ ਨੇ ਇਹ ਸ਼ਬਦ ਸਰਵਣ ਕਰਵਾਇਆ ਜੋਗੀਆਂ ਨੂੰ। ਉਹਨਾਂ ਕਾਗਜ਼ ਤੇ ਲਿਖ ਲਿਆ, ਲਿਖ ਕੇ ਯਾਦ ਕਰ ਲਿਆ। ਯਾਦ ਕਰਕੇ ਬੜੇ ਸੁਰ ਤਾਲ ਦੇ ਵਿੱਚ ਕਿੰਗਰੀ ਦੇ ਨਾਲ, ਤੂੰਬੇ ਦੇ ਨਾਲ ਵਜਾਉਂਦੇ ਗਾਉਂਦੇ ਤੇ ਨਾਲੇ ਆਪਣਾ ਭੀਖ ਮੰਗਦੇ, ਮੰਗ ਕੇ ਛਕ ਲੈਂਦੇ। ਇਹ ਸ਼ਬਦ ਮਹਾਰਾਜ ਦਾ ਦਿੱਤਾ ਹੋਇਆ ਗਾ ਰਹੇ ਸਨ। ਨਾਨਕ ਆਖਰੇ ਮਨਾ ਸੁਣਿਆ ਸਿੱਖ ਸਹੀ। ਸਤਿਗੁਰਾਂ ਦਾ ਸ਼ਬਦ ਸੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ, ਹੇ ਮਨਾ, ਸਾਧ ਸੰਗਤ ਜੀ ਸਾਰਿਆਂ ਤੋਂ ਉੱਚੇ ਦਰਜਾ ਦਾ ਵਗਦਾ ਹੁੰਦਾ ਹੈ ਜਿਹੜਾ ਆਪਣੇ ਮਨ ਤੇ ਸਰੀਰ ਤੇ ਟਿਕਾ ਕੇ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਸੇ ਨੂੰ ਉਪਦੇਸ਼ ਬਖਸ਼ਿਸ਼ ਕਰਦਾ ਹੈ। ਮਹਾਰਾਜ ਕਹਿੰਦੇ, ਹੇ ਮਨਾ, ਸਾਡੀ ਸੱਚੀ ਸਿੱਖਿਆ ਸੁਣ ਲੈ। ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਵਹੀ। ਜਦੋਂ ਰੱਬ ਨੇ ਤੇਰੇ ਪਾਸੋਂ ਮਨਾ ਲੇਖਾ ਮੰਗਿਆ ਨਾ, ਚਿੱਤਰਗੁਪਤਾ ਨੇ ਵਹੀਆਂ ਕੱਢ ਕੇ ਤੇਰੀਆਂ ਅੱਗੇ ਰੱਖ ਦਿੱਤੀਆਂ, ਹਿਸਾਬ ਕਿਤਾਬ ਤੇਰਾ ਅੱਗੇ ਰੱਖ ਦਿੱਤਾ। ਤਲਬਾ ਪੌਸਨ ਆਕੀਆ ਬਾਕੀ ਜਿੰਨਾ ਰਹੀ। ਤੇ ਉਹ ਤਲਬਾਂ ਪੈਣੀਆਂ ਗੀਆਂ, ਹਿਸਾਬ ਕਿਤਾਬ ਮੰਗਣੇ ਜਿਨ੍ਹਾਂ ਦਾ ਬਕਾਇਆ ਬਚਿਆ ਹੋਇਆ। ਗਿਆ ਸੀ ਤੂੰ ਪੁੰਨ ਕਰਨ ਵਾਸਤੇ, ਦਾਨ ਕਰਨ ਵਾਸਤੇ, ਸਿਮਰਨ ਭਜਨ ਵਾਸਤੇ, ਮਨੁੱਖਾ ਦੇਹੀ ਸਫਲੀ ਕਰਨ ਵਾਸਤੇ। ਤੇਰਾ ਤੇ ਬਕਾਇਆ ਹੀ ਬਾਹਲਾ ਭਾਰਾ ਰਹਿ ਜਾਣਾ ਹੈ ਤੇ ਫਿਰ ਉੱਥੇ ਤੈਨੂੰ ਹਿਸਾਬ ਦੇਣਾ ਬਾਹਲਾ ਔਖਾ ਹੋ ਜਾਣਾ। ਅਜਰਾਇਲ ਫਰਿਸ਼ਤਾ ਹੁਸੀ ਆਏ ਤਈ। ਉਸ ਵੇਲੇ ਅਜਰਾਇਲ ਫਰਿਸ਼ਤਾ ਜਿਹੜਾ ਮੌਤ ਦਾ ਫਰਿਸ਼ਤਾ ਮੰਨਿਆ ਜਾਂਦਾ, ਉਹਨੇ ਆਣ ਕੇ ਹਾਜ਼ਰ ਹੋਣਾ। ਆਵਣ ਜਾਣ ਨਾ ਸੂਝਈ ਭੀੜੀ ਗੱਲੀ ਫਹੀ। ਜਾਂ ਤੈਨੂੰ ਪਕੜ ਕੇ ਲੈ ਜਾਣਾ ਅਜਰਾਇਲ ਫਰਿਸ਼ਤੇ ਨੇ ਤੇ ਫਿਰ ਅੱਗੇ ਦਿਸਣਾ ਤੇ ਕੱਖ ਵੀ ਨਹੀਂ। ਹਨੇਰੀਆਂ ਭੀੜੀਆਂ ਗਲੀਆਂ ਦੇ ਵਿੱਚ ਲੈ ਕੇ ਤੁਰੇ ਫਿਰਨਾ, ਕੰਧਾਂ ਨੂੰ ਟੱਕਰਾ ਮਾਰਦਾ ਫਿਰੇਗਾ। ਰਾਹ ਦੱਸਣ ਵਾਲੀ ਕੋਈ ਚੀਜ਼, ਚਾਨਣ ਨਹੀਂ ਤੈਨੂੰ ਮਿਲਣਾ। ਜਿਸ ਚੀਜ਼ ਨਾਲ ਚਾਨਣ ਹੋਣਾ ਉਹ ਤੋਂ ਕਰਮ ਕੀਤਾ ਹੀ ਨਹੀਂ। ਸਿਮਰਨ ਭਜਨ ਬੰਦਗੀ ਦੇ ਨਾਲ ਪ੍ਰਕਾਸ਼ ਮਿਲਣਾ ਹੈ, ਪੁੰਨ ਦਾਨ ਦੇ ਨਾਲ ਚਾਨਣ ਮਿਲਣਾ, ਰਸਤਾ ਮਿਲਣਾ, ਉਹ ਤੇ ਤੂੰ ਕੀਤਾ ਹੀ ਨਹੀਂ ਹੈ। ਗੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਵੀ ਕੂੜਿਆਂ ਨੇ ਨਖੁੱਟੇ ਜਾਣਾ, ਝੂਠਿਆਂ ਨੇ ਅੰਤ ਨੂੰ ਸੱਚ ਹੀ ਰਹਿ ਜਾਣਾ। ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾ। ਸਾਰਿਆਂ ਦਾ ਮਾਲਕ ਸੁਆਮੀ ਸੱਚ ਹੈ, ਸੱਚਾ ਕਰਤਾ ਪੁਰਖ ਵਾਹਿਗੁਰੂ ਨਿਰੰਕਾਰ ਹੈ। ਇਹ ਕੂੜੇ ਲੋਕ ਜਿਹੜੇ ਝੂਠੇ ਹਨ, ਝੂਠੇ ਕੰਮਾਂ ਦੇ ਵਿੱਚ ਪਏ ਹੋਏ, ਝੂਠੇ ਕਾਰਜਾਂ ਦੇ ਵਿੱਚ ਝੂਠੀ ਨਿੰਦਿਆ, ਉਸ ਤਾਂ ਆਪਣੀ ਵਡਿਆਈ ਆਪ ਹੀ ਕਰੀ ਕਰਾਈ ਜਾਣੀ, ਦੁਨੀਆਂ ਦੀ ਨਿੰਦਿਆ ਕਰੀ ਜਾਣੀ। ਮਹਾਰਾਜ ਕਹਿੰਦੇ ਨਖੁੱਟੇ ਜਾਣਗੇ ਅੰਤ ਨੂੰ ਇਹ। ਦੋਹਰਾ ਸੁਨ ਕਰ ਇਸ ਪਰ ਕਹਿਤ ਪਾ ਹਿੰਦੂ ਕੀਏ ਖੁਆਰ। ਜਿਸ ਵੇਲੇ ਇਹ ਸ਼ਬਦ ਉਹਨਾਂ ਜੋਗੀਆਂ ਦੇ ਪਾਸੋਂ ਸ਼ਾਹੂਕਾਰ ਨੇ ਸੁਣਿਆ, ਜਲ ਬਲ ਕੇ ਕੋਲਾ ਹੋ ਗਿਆ।
ਕਹਿਣ ਲੱਗਾ ਜਿਹੜਾ ਹਿੰਦੂ ਨਾਨਕ ਹੈ ਨਾ, ਇਹਨੇ ਬੜਾ ਦੁੱਖ ਦਿੱਤਾ ਹੈ। ਤੁਰਕਨ ਕੀਰ ਈਮਾਨ ਗਾ ਉਸਤਤ ਕਰਤ ਉਚਾਰ। ਇਹਨੇ ਤੁਰਕਾਂ ਨੂੰ ਵੀ ਵਿਗਾੜ ਦਿੱਤਾ ਹੈ, ਹਿੰਦੂਆਂ ਨੂੰ ਵੀ ਵਿਗਾੜ ਦਿੱਤਾ ਹੈ। ਹਿੰਦੂ ਵੀ ਇਹਦੀ ਸੋਭਾ ਕਰੀ ਜਾਂਦੇ, ਮੁਸਲਮਾਨ ਵੀ ਇਹਦੀ ਸੋਭਾ ਕਰੀ ਜਾਂਦੇ ਹਨ। ਚੌਪਈ ਕੋ ਨਾਨਕ ਮੈਂ ਪਿਖਿਓ ਨਾ ਜਾਣਾ। ਕਹਿਣ ਲੱਗਾ ਮੈਂ ਵੇਖਿਆ ਤਾਂ ਹੈ ਨਹੀਂ ਵੀ ਉਹ ਬਾਬਾ ਨਾਨਕ ਜੀ ਹੈ ਕੌਣ। ਜਿਸ ਜਸ ਕਹੇ ਹਿੰਦੂ ਤੁਰਕਾਨਾ। ਪਰ ਕਹਿਣ ਲੱਗਾ ਉਹਦਾ ਸੋਭਾ ਵਡਿਆਈ ਹਿੰਦੂ ਵੀ ਕਰੀ ਜਾਂਦੇ ਤੇ ਮੁਸਲਮਾਨ ਵੀ ਕਰੀ ਜਾਂਦੇ ਹਨ। ਜਹ ਤਹ ਕੀਰਤ ਹੋਤ ਘਨੇਰੀ। ਜਿੱਥੇ ਕਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸੋਭਾ ਜਸ ਵਡਿਆਈ ਬਹੁਤ ਹੋ ਰਿਹਾ ਹੈ। ਸਮਝ ਵਿਖੈ ਕੁਛ ਆਏ ਨਾ ਮੇਰੀ। ਸ਼ਾਹੂਕਾਰ ਕਹਿੰਦਾ ਆਪਣੇ ਮਨੋਂ ਹੀ ਕਹਿੰਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਬਾਬਾ ਨਾਨਕ ਜੀ ਹੈ ਕੀ। ਹਿੰਦੂ ਵੀ ਉਹਨੂੰ ਹੀ ਮੰਨੀ ਪੂਜੀ ਜਾਂਦੇ, ਮੁਸਲਮਾਨ ਵੀ ਉਹਨੂੰ ਮੰਨੀ ਪੂਜੀ ਜਾਂਦੇ ਆ। ਇਹ ਮੇਰੀ ਸਮਝੋਂ ਬਾਹਰ, ਮੈਂ ਵੇਖਿਆ ਤਾਂ ਨਹੀਂ ਉਹ ਬਾਬਾ ਨਾਨਕ ਜੀ ਹੈ ਕੌਣ। ਪਰ ਆ ਮੈਂ ਵੇਖਣਾ ਦੁਨੀਆ ਵਾਲੇ ਸਾਰਾ ਮੁਲਕ ਹੀ ਮਗਰ ਉਸ ਦੇ ਲੱਗਾ ਹੋਇਆ ਬਾਬੇ ਨਾਨਕ ਜੀ ਦੇ। ਕੋ ਐਸਾ ਕਲ ਕਾਲ ਮਝਾਰੀ। ਕਲਯੁਗ ਦੇ ਸਮੇਂ ਵਿੱਚ ਭਾਈ ਕੌਣ ਐਸਾ ਹੈ। ਸਰਬ ਭਏ ਜਿਨ ਕੇ ਅਨੁਸਾਰੀ। ਸਾਰੀ ਦੁਨੀਆ ਹੀ ਜਿਹਦੇ ਹੁਕਮ ਵਿੱਚ ਚੱਲੀ ਜਾਂਦੀ। ਕਲਯੁਗ ਦਾ ਸਮਾਂ ਭਿਆਨਕ ਹੈ। ਮੈਨੂੰ ਤੇ ਸਮਝ ਨਹੀਂ ਆਉਂਦੀ ਬਾਬਾ ਨਾਨਕ ਜੀ ਕੀ ਚੀਜ਼ ਪ੍ਰਗਟ ਹੋਏ ਹੈ ਜਿਹਦੇ ਮਗਰ ਸਭ ਦੁਨੀਆ ਲੱਗੀ ਹੋਈ ਹੈ। ਸਭ ਉਹਨਾਂ ਦਾ ਬਚਨ ਮੰਨ ਰਹੀ ਹੈ, ਸਭ ਉਹਨਾਂ ਦੇ ਦੱਸੇ ਹੋਏ ਬਚਨਾਂ ਤੇ ਪਹਿਰਾ ਦੇ ਰਹੇ, ਬਾਣੀ ਉਹਨਾਂ ਦੀ ਪੜ੍ਹ ਰਹੇ, ਸੋਭਾ ਉਸਤਤ ਉਹਨਾਂ ਦੀ ਕਰੀ ਜਾ ਰਹੇ ਹਨ। ਮੈਂ ਕੀਨੀ ਇਹ ਰੀਤ ਪਰੇਖੀ। ਕਹਿਣ ਲੱਗਾ ਮੈਂ ਇਹ ਪਰਖਣਾ ਚਾਹੁੰਦਾ ਹਾਂ। ਬੇ ਸੇਵਕ ਸਭ ਦੇਖਾ ਦੇਖੀ। ਭਈਆ ਜਿੰਨੇ ਵੀ ਸੇਵਕ ਬਣੇ ਆ ਨਾ, ਮੁਸਲਮਾਨ ਹੈ, ਹਿੰਦੂ ਹੈ, ਇਹ ਸਭ ਵੇਖਾ ਵੇਖੀ ਬਣੇ ਹੋਏ ਹੈ। ਮੈਂ ਤਾਂ ਐਂ ਹੀ ਪਰਖਦਾ ਦੇਖਦਾ ਵੀ ਵੇਖਾ ਵੇਖੀ ਦੀ ਇਹ ਚਾਲ ਪਈ ਹੋਈ ਜਿਹੜੇ ਬਾਬੇ ਨਾਨਕ ਜੀ ਦੇ ਸਿੱਖ ਬਣੇ ਜਾਂਦੇ ਹਨ। ਚਲੇ ਕੁਚਾਲ ਚਾਲ ਨਿਜ ਤਿਆਗੀ। ਕਹਿਣ ਲੱਗੇ ਆਪਣਾ ਮਤ ਤਿਆਗ ਦਿੱਤਾ ਮੁਸਲਮਾਨਾਂ ਨੇ ਵੀ, ਹਿੰਦੂਆਂ ਨੇ ਵੀ, ਤੇ ਉਲਟੇ ਰਾਹ ਪੈ ਗਏ ਨੇ ਬਾਬੇ ਨਾਨਕ ਜੀ ਦੇ ਪਿੱਛੇ ਲੱਗ ਕੇ। ਇਹ ਬਿਧ ਮੋਹੇ ਭਲੀ ਨਹਿ ਲਾਗੀ। ਕਹਿਣ ਲੱਗਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਪੁਰਾਣੀਆਂ ਰੀਤੀਆਂ ਸਾਰੀਆਂ ਤਿਆਗ ਕੇ ਬਾਬੇ ਨਾਨਕ ਨੇ ਇਹਨਾਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ ਤੇ ਵੀ ਮੂਰਖ ਹੋਏ ਹੋਏ ਬਾਬੇ ਨਾਨਕ ਜੀ ਦੇ ਮਗਰ ਲੱਗੇ, ਉਹਨਾਂ ਦੀ ਗੱਲ ਨੂੰ ਮੰਨੀ ਜਾਂਦੇ ਹਨ। ਔਰਨ ਕੋ ਕਿਆ ਦੋਸ਼ ਅਲਾਵੋਂ। ਕਹਿਣ ਲੱਗਾ ਮੈਂ ਹੋਰ ਕਿਸੇ ਨੂੰ ਦੋਸ਼ ਕੀ ਦੇਵਾਂ। ਜਿਨਹ ਚਲਾਏ ਤਿਨ ਗਹਿ ਲਿਆਵੋਂ। ਕਹਿਣ ਲੱਗਾ ਜਿਹਨੇ ਮੱਤ ਚਲਾਇਆ ਹੈ ਨਾ ਕਿਸੇ ਲੋਕਾਂ ਨੂੰ, ਤੇ ਮੈਂ ਕੀ ਕਹਿਣਾ ਹੈ। ਬਾਬੇ ਨਾਨਕ ਨੂੰ ਫੜ ਕੇ ਲਿਆਉਣਾਗਾ ਆਪਣੇ ਪਾਸ। ਕਰ ਕੈ ਕੈਦ ਸੀਖ ਸ਼ੋਭ ਦੇਉ। ਕਹਿਣ ਲੱਗਾ ਮੈਂ ਕੈਦ ਕਰਕੇ ਲਿਆਉਣਾ ਹੈ ਬਾਬੇ ਨਾਨਕ ਜੀ ਨੂੰ ਆਪਣੇ ਪਾਸ। ਇੱਥੇ ਬੰਦੀਖਾਨੇ ਵਿੱਚ ਪਾਊਂਗਾ, ਫਿਰ ਮੈਂ ਆਪਣੀ ਸਿੱਖਿਆ ਦਊਂਗਾ ਵੀ ਇਹ ਜਿਹੜਾ ਰਾਹ ਤੁਸੀਂ ਚਲਾਇਆ ਨਾ ਇਹਨੂੰ ਛੱਡ ਦੇਵੋ। ਲੋਕਾਂ ਨੂੰ ਪਿੱਛੇ ਲਾਇਆ ਹੋਇਆ, ਇਹ ਲੋਕਾਂ ਨੂੰ ਪਿੱਛੇ ਲਾਉਣਾ ਛੱਡ ਦੇਵੋ, ਇਹ ਰੱਬ ਦਾ ਨਾਮ ਜਪਾਉਣਾ ਛੱਡ ਦੇਵੋ। ਤਹਿ ਮਨ ਮਤੋ ਸਰਬ ਬਰ ਜੇਉ। ਇਸ ਤਰ੍ਹਾਂ ਕਹਿਣ ਲੱਗਾ ਜਿਹੜਾ ਉਹਦੇ ਮਨ ਦੀ ਮਤ ਹੈ ਨਾ ਉਹ ਸਾਰੀ ਮੈਂ ਵਰਜ ਦੇਵਾਂਗਾ, ਰੋਕ ਦੇਵਾਂਗਾ। ਅਸ ਕਹਿ ਆਪਣੀ ਸਭਾ ਮਝਾਰੀ। ਇਸ ਤਰ੍ਹਾਂ ਆਪਣੀ ਸਭਾ ਲੱਗੀ ਹੋਈ ਦੇ ਵਿੱਚ ਸ਼ਾਹੂਕਾਰ ਨੇ ਕਿਹਾ। ਨਿਜ ਸੇਵਕ ਤਬ ਲੀਨ ਹਕਾਰੀ। ਅਤੇ ਜਿੰਨੇ ਵੀ ਆਪਣੇ ਨੌਕਰ ਚਾਕਰ ਸੀਗੇ ਉਹਨਾਂ ਨੂੰ ਇਹ ਸ਼ਾਹੂਕਾਰ ਨੇ ਬੁਲਾ ਲਿਆ। ਕਹਿਓ ਤੁਰੰਗਨ ਪਰ ਅਬ ਜਾਈ। ਕਹਿਣ ਲੱਗਾ ਘੋੜੇ ਤਿਆਰ ਕਰਕੇ ਲਿਆਓ ਘੋੜੇ। ਘੋੜਿਆਂ ਤੇ ਚੜ੍ਹ ਕੇ ਜਾਣੇ ਬਾਬੇ ਨਾਨਕ ਜੀ ਨੂੰ ਫੜ ਕੇ ਲਿਆਉਂਦੇ ਹਾਂ। ਪਾਏ ਜ਼ੀਨ ਆਨੋ ਇਹ ਥਾਈ। ਅਤੇ ਛੱਡ ਦੇਣੀ ਕਾਠੀਆਂ ਪਾ ਕੇ ਘੋੜਿਆਂ ਤੇ ਕੱਸ ਕੇ ਲੈ ਕੇ ਆਓ ਮੇਰੇ ਪਾਸ। ਸੁਨਤ ਦਾਸ ਲਿਆਇਓ ਤਤਕਾਲਾ। ਇਹ ਹੁਕਮ ਸੁਣਿਆ ਸ਼ਾਹੂਕਾਰ ਦਾ ਉਹਦੇ ਨੌਕਰਾਂ ਨੇ, ਝਟਪਟ ਘੋੜੇ ਤਿਆਰ ਕਰਕੇ ਲਿਆਂਦੇ। ਲਗਿਓ ਚੜਨ ਜਿਸ ਦਰਪ ਵਿਸਾਲਾ। ਬੜਾ ਹੰਕਾਰੀ ਹੈ ਇਹ ਸ਼ਾਹੂਕਾਰ, ਤੇ ਹੁਣ ਹੰਕਾਰ ਦੇ ਘੋੜੇ ਤੇ ਹੀ ਚੜਨ ਲੱਗਾਗਾ। ਦਿਓ ਰਕਾਬ ਬਿਖੈ ਪਗ ਜਬ ਹੀ। ਜਦ ਰਕਾਬ ਦੇ ਵਿੱਚ ਪੈਰ ਰੱਖਿਆ ਘੋੜੇ ਤੇ ਚੜਨ ਵਾਸਤੇ, ਸਬਲ ਤੁਰੰਗਨ ਫਰ ਕੀ ਤਬ ਹੀ। ਤਾਂ ਉਹ ਘੋੜੀ ਸੀਗੀ ਜੇ ਤੇ ਚੜਨ ਲੱਗਿਆ। ਰਕਾਬ ਵਿੱਚ ਪੈਰ ਦਿੱਤਾ ਤੇ ਉਹ ਘੋੜੀ ਤਰਬ ਗਈ, ਡਰ ਗਈ।
ਨਹੀਂ ਸੰਹਾਰਿਓ ਤਹ ਛਿਨ ਖਤਰੀ। ਡਰ ਕੇ ਇਹੀ ਜੀ ਛਾਲ ਮਾਰੀ ਘੋੜੀ ਨੇ, ਇਹ ਖੱਤਰੀ ਤੋਂ ਸ਼ਾਹੂਕਾਰ ਤੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ। ਗਿਰਿਓ ਧਰਨ ਪਰ ਪਗਿਆ ਉਤਰੀ। ਅਤੇ ਪੁੱਠਾ ਹੋ ਕੇ ਧਰਤੀ ਤੇ ਡਿੱਗਾ। ਆਪ ਕਿਸੇ ਪਾਸੇ ਪੱਗ ਕਿਸੇ ਪਾਸੇ ਰੁਲਦੀ ਫਿਰਦੀ ਇਸ ਹੰਕਾਰੀ ਦੀ। ਲਖਿਓ ਕੁਸਾਨ ਹਿਰਦੇ ਮਹਿਤਾ ਹੂੰ। ਇਸ ਨੇ ਆਪਣੇ ਮਨ ਵਿੱਚ ਵਿਚਾਰਿਆ, ਚੱਲਿਆ ਬਾਬੇ ਨਾਨਕ ਨੂੰ ਗ੍ਰਿਫਤਾਰ ਕਰਨ ਵਾਸਤੇ, ਇਹ ਤੇ ਬੜਾ ਕੁਸਾਗਨ ਹੋ ਗਿਆ ਹੈ, ਇਸ ਵਾਸਤੇ ਮੈਨੂੰ ਵਿਚਾਰ ਕਰਨੀ ਚਾਹੀਦੀ ਹੈ। ਬਾਹਰ ਨ ਚੜਿਓ ਰਹਿਓ ਘਰ ਮਾਹੂ। ਤੇ ਕੁਸਗਨ ਵੇਖ ਕੇ ਦੁਬਾਰਾ ਘੋੜੀ ਤੇ ਨਹੀਂ ਚੜਿਆ, ਉਹ ਦਿਨ ਘਰ ਹੀ ਰਹਿ ਗਿਆ ਆਪਣੇ। ਨਿਕਟ ਜੇ ਨਰ ਸਮਝਾਵਨ ਕੀਨੋ। ਜਿਹੜੇ ਲਾਗੇ ਇਸ ਦੇ ਨੌਕਰ ਚਾਕਰ ਜਾਂ ਸੰਗੀ ਸਾਥੀ ਸੀਗੇ, ਉਹਨਾਂ ਸਾਰਿਆਂ ਨੇ ਇਸ ਸ਼ਾਹੂਕਾਰ ਨੂੰ ਸਮਝਾਇਆ। ਮਹਾਪੁਰਖ ਸ੍ਰੀ ਨਾਨਕ ਚੀਨੋ। ਕਿ ਸ਼ਾਹ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਸਰੂਪ ਹਨ, ਨਿਰੰਕਾਰੀ ਜੋਤ ਹਨ। ਕਰਿਓ ਨਿਰਾਦਰ ਸੁਨਤ ਨਾ ਕਾਈ। ਤੁਸੀਂ ਨਿਰਾਦਰ ਕੀਤਾ ਹੈ, ਕਿਸੇ ਦਾ ਸੁਣਿਆ ਨਹੀਂ ਬਚਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਿੰਦਿਆ ਕੀਤੀ, ਉਹਨਾਂ ਤੇ ਚੜ ਕੇ ਜਾਣ ਵਾਲਾ ਅਪਦਰਵ ਵਿਵਹਾਰ ਕੀਤਾ ਹੈ। ਕਹੈ ਕਿ ਗਹੋ ਭੋਰ ਕੋ ਜਾਈ। ਕਹਿਣ ਲੱਗਾ ਕਾਹਦਾ ਨਿਰਾਦਰ ਹੈ, ਮੈਂ ਦੱਸੂਗਾ, ਦਿਨੇ ਚੜੂੰਗਾ ਤੇ ਜਾ ਕੇ ਫੜ ਕੇ ਲਿਆਉਂਗਾ ਗੁਰੂ ਨਾਨਕ ਜੀ ਨੂੰ। ਰਜਨੀ ਕਰ ਬਤੀਤ ਸੋ ਮੂਢਾ। ਇਸ ਤਰ੍ਹਾਂ ਸਾਧ ਸੰਗਤ ਜੀ ਰਾਤ ਬਤੀਤ ਹੋਈ। ਅਗਲੇ ਦਿਨ ਮਹਿ ਭਇਓ ਅਰੂਢਾ। ਅਗਲੇ ਦਿਨ ਘੋੜੀ ਤੇ ਚੜ ਕੇ ਸਵਾਰ ਹੋ ਕੇ ਸਤਿਗੁਰਾਂ ਨੂੰ ਪਕੜਨ ਵਾਸਤੇ ਚੱਲ ਪਿਆ। ਗਮਨੇ ਬ੍ਰਿੰਦ ਸੰਗ ਨਰ ਤਾਹੀ। ਅਤੇ ਕਈ ਸਿਪਾਹੀ ਆਪਣੇ ਫੌਜੀ ਜਿਹੜੇ ਆ ਘੋੜਿਆਂ ਤੇ ਸਵਾਰ ਕਰਾ ਕੇ ਲੈ ਲਏ। ਆਵਤ ਭਏ ਸਰਬ ਮਗ ਮਾਹੀ। ਇਸ ਤਰ੍ਹਾਂ ਰਸਤੇ ਤੇ ਚਲੇ ਜਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਕੜਨ ਵਾਸਤੇ। ਸ੍ਰੀ ਪ੍ਰਭ ਰਹੇ ਕਿਤਕ ਜਬ ਦੂਰੀ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਤੋਂ ਥੋੜੀ ਕੁ ਵਿੱਥ ਤੇ ਰਹਿ ਗਏ, ਥੋੜੀ ਦੂਰੀ ਤੇ ਰਹਿ ਗਏ। ਭਇਓ ਅੰਧ ਨਹਿ ਪਿਖਤ ਹਦੂਰੀ। ਐਸਾ ਭਾਣਾ ਵਰਤਿਆ, ਇਹ ਸ਼ਾਹੂਕਾਰ ਅੰਨਾ ਹੋ ਗਿਆ। ਇਹਨੂੰ ਦਿਸਦਾ ਹੀ ਨਹੀਂ ਵੀ ਲਾਹੌਰ ਕਿਹੜੇ ਪਾਸੇ ਹੈ ਤੇ ਗੁਰੂ ਕਿਹੜੇ ਪਾਸੇ ਹੈ ਤੇ ਕਿੱਥੇ ਨੂੰ ਮੈਂ ਜਾਣਾ ਹੈ। ਇੱਕਦਮ ਹੀ ਅੱਖਾਂ ਬੰਦ ਹੋ ਗਈਆਂ ਦਿਸਣੋਂ। ਗਰਭ ਹਾਨ ਭਾ ਪੀੜਾ ਵਿਆਪੀ। ਤੇ ਉਹ ਹੰਕਾਰ ਤੇ ਨਾਲ ਦੀ ਨਾਲ ਹੀ ਕਿਸੇ ਪਾਸੇ ਉੱਡ ਗਿਆ ਅੰਨਾ ਹੋਣ ਦੇ ਨਾਲ। ਉਲਟਾ ਇਹ ਮਨ ਦੇ ਵਿੱਚ ਬਹੁਤ ਕਲੇਸ਼ ਪੈਦਾ ਹੋ ਗਿਆ ਵੀ ਇਹ ਕੀ ਭਾਣਾ ਵਰਤਿਆ, ਮੈਂ ਅੰਨਾ ਹੋ ਗਿਆ, ਮੈਨੂੰ ਦਿਸਦਾ ਹੀ ਕੱਖ ਨਹੀਂ ਹੈ। ਬੋਲ ਨਾ ਸਕਹਿ ਨਿੰਦ ਕਰ ਪਾਪੀ। ਇਹ ਨਿੰਦਕ ਪਾਪੀ ਹੁਣ ਬੋਲ ਵੀ ਨਹੀਂ ਸਕਦਾ, ਮੂੰਹ ਤੋਂ ਬੋਲਿਆ ਨਹੀਂ ਕੁਝ ਜਾਂਦਾ। ਤਬ ਸਮਝਿਓ ਮਨ ਮੂਰਖ ਮਾਨੀ। ਇਹ ਮੂਰਖ ਜਿਹੜਾ ਹੰਕਾਰੀ ਸ਼ਾਹੂਕਾਰ, ਤਾਂ ਇਹਨੂੰ ਅਕਲ ਆਈ ਜਦ ਅੰਨਾ ਹੋਇਆ। ਦੀਰਘ ਕਲਾਵਾਨ ਗੁਣ ਖਾਨੀ। ਕਿ ਮੈਂ ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਨਿੰਦਿਆ ਕਰਦਾ ਹਾਂ, ਉਹ ਨਿੰਦਿਆ ਦੇ ਯੋਗ ਨਹੀਂ, ਉਸਤਤ ਦੇ ਯੋਗ ਹਨ, ਉਹ ਰੱਬ ਹਨ। ਫੇਰ ਮਨ ਦੇ ਵਿੱਚ ਧੱਕਾ ਪਿਆ ਇਸ ਦੇ। ਲੋਕ ਬਹੋਰ ਰਹੇ ਮੁਝ ਤਾਈ। ਕਹਿਣ ਲੱਗਾ ਮਨਾ ਤੂੰ ਤੇ ਵੱਡਾ ਮੂਰਖ, ਤੈਨੂੰ ਸਾਰਿਆਂ ਨੇ ਰੋਕਿਆ ਮੋੜਿਆ ਕਿ ਨਾ ਜਾ, ਰੱਬ ਹਨ ਗੁਰੂ ਨਾਨਕ ਪਾਤਸ਼ਾਹ, ਉਹਨਾਂ ਤੇ ਚੜ੍ਹਾਈ ਕਰਕੇ ਨਾ ਜਾ। ਮਾਨੀ ਮੈਂ ਨਾ ਕਰੀ ਦੁਸ਼ਟਾਈ। ਪਰ ਮੈਂ ਨਹੀਂ ਕਿਸੇ ਦੀ ਮੰਨੀ, ਮੈਂ ਬੜਾ ਪਾਪ ਕੀਤਾ, ਗੁਨਾਹ ਕੀਤਾ ਹੈ, ਮੈਂ ਪਾਮਰ ਪੁਰਸ਼ ਹੋ ਗਿਆ। ਬਹੁ ਨਰ ਕੋ ਜਹ ਕਹਿਓ ਨਾ ਭਾਵਤ। ਸੋ ਬਹੁਤੇ ਲੋਕਾਂ ਦਾ ਕਿਹਾ ਹੋਇਆ ਜੋ ਚੰਗਾ ਨਹੀਂ ਲੱਗਿਆ ਮੈਨੂੰ, ਮੈਂ ਮੰਨਿਆ ਨਹੀਂ ਹੈ। ਮਮ ਸਮਾਨ ਦੁਖ ਭੈ ਪਛਤਾਵਤ। ਤੇ ਹੋਰ ਵੀ ਜਿਹੜਾ ਕੋਈ ਕਿਸੇ ਦੇ ਕਹੇ ਨੂੰ ਨਾ ਮੰਨੂਗਾ, ਸਿਆਣਿਆਂ ਦਾ ਕਿਹਾ ਹੋਇਆ, ਮੇਰੇ ਵਾਂਗੂ ਦੁਖੀ ਹੋਵੇਗਾ, ਮੇਰੇ ਵਾਂਗੂ ਦੁੱਖ ਭੋਗੇਗਾ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਖਿਲਾਫ ਕੋਈ ਬੋਲੂਗਾ ਜਾਂ ਉਹਨਾਂ ਬਾਰੇ ਸੋਚੇਗਾ, ਮੇਰੇ ਵਾਂਗੂ ਉਹ ਦੁਖੀ ਹੋਵੇਗਾ। ਗੁਣਤ ਬਿਸੂਰਤ ਗਮਨਤ ਜਬਹੀ। ਇਸ ਤਰ੍ਹਾਂ ਸਾਧ ਸੰਗਤ ਜੀ ਮਨ ਦੇ ਵਿੱਚ ਦੁਖੀ ਹੋਇਆ ਵੀ ਵੱਡੀ ਮਨਾ ਭੁੱਲ ਕੀਤੀ ਤਾਂ ਕਿਸੇ ਦੇ ਕਹੇ ਨਹੀਂ ਲੱਗਿਆ। ਗੁਰੂ ਨਾਨਕ ਪਾਤਸ਼ਾਹ ਰੱਬ ਸੀ, ਉਹਨਾਂ ਦੀ ਨਿੰਦਿਆ ਕਰਦਾ ਹੋਇਆ ਉਹਨਾਂ ਨੂੰ ਪਕੜਨ ਵਾਸਤੇ ਚੱਲ ਪਿਓ। ਐਂ ਮਨ ਦੇ ਵਿੱਚ ਧੱਕੇ ਡੋਲੇ ਖਾਂਦਾ ਹੋਇਆ ਅੱਗੇ ਚੱਲਿਆ। ਨਿਰਖੀ ਨਰਨ ਨੈਣ ਗਤ ਤਬਹੀ। ਤੇ ਜਿਹੜੇ ਨਾਲ ਦੇ ਸੀ ਨਾ ਇਸ ਦੇ ਸਿਪਾਹੀ ਜਾਂ ਇਸ ਦੇ ਸੰਗੀ,
ਉਹਨਾਂ ਵੇਖਿਆ ਉਹ ਸ਼ਾਹੂਕਾਰ ਨੂੰ ਕੀ ਹੋ ਗਿਆ, ਅੱਖਾਂ ਹੀ ਬੰਦ ਹੋ ਗਈਆਂ, ਦਿਸਦਾ ਹੀ ਕੱਖ ਨਹੀਂ ਹੈ ਇਸ ਨੂੰ, ਅੱਖਾਂ ਮਿਚੀਆਂ ਹੋਈਆਂ ਖੁੱਲਦੀਆਂ ਨਹੀਂ ਹਨ। ਭਇਓ ਦੀਨ ਬੋਲਿਓ ਪਛਤਾਈ। ਤੇ ਉਹ ਲੋਕਾਂ ਨੂੰ ਹੱਥ ਜੋੜ ਕੇ ਸ਼ਾਹੂਕਾਰ ਕਹਿਣ ਲੱਗਾ, ਬੜੀ ਨਿਮਰਤਾ ਦੇ ਵਿੱਚ ਆ ਕੇ, ਗਰੀਬੀ ਦੇ ਵਿੱਚ ਆ ਕੇ ਕਹਿਣ ਲੱਗਾ, ਅਬ ਤਿਨ ਕੀ ਮੈਂ ਮਹਿਮਾ ਪਾਈ। ਕਹਿਣ ਲੱਗਾ ਵੀ ਮੇਰੇ ਸਾਥੀਓ, ਮੈਂ ਤੇ ਅਣਜਾਣਪੁਣੇ ਵਿੱਚ ਹੀ ਰਿਹਾ, ਮੈਨੂੰ ਹੁਣ ਪਤਾ ਲੱਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਾਨਤਾ ਦਾ। ਜਸ ਤੁਮ ਕਹਤ ਹੁਤੇ ਤਸ ਦੇਖਾ। ਜੇ ਤੁਸੀਂ ਕਹਿੰਦੇ ਸੀ ਨਾ ਗੁਰੂ ਨਾਨਕ ਸਾਹਿਬ ਜੀ ਰੱਬ ਹਨ, ਖੁਦਾ ਹਨ, ਅੱਲਾਹ ਤਾਲਾ ਹਨ, ਉਹ ਹੁਣ ਮੈਨੂੰ ਸੋਝੀ ਪਈ ਵੀ ਵਾਕਿਆ ਹੀ ਉਹ ਰੱਬ ਹਨ। ਮੈਂ ਤਾਂ ਨਿੰਦਿਆ ਹੀ ਕਰਦਾ ਰਿਹਾ ਉਹਨਾਂ ਦੀ। ਭਇਓ ਅੰਧ ਮੈਂ ਕੀਨ ਭਰੇਖਾ। ਤੇ ਮੈਂ ਹੁਣ ਇਹ ਪਰਖ ਲਿਆ ਇਸ ਗੱਲ ਨੂੰ, ਆ ਜੋ ਅੰਨਾ ਹੋਇਆ ਨਾ ਗੁਰੂ ਕੀ ਨਿੰਦਿਆ ਕਰਨ ਕਰਕੇ, ਮੈਨੂੰ ਇਹ ਅੱਖਾਂ ਦੀ ਜੋਤ ਜਾਂਦੀ ਰਹੀ ਹੈ। ਮਹਾਪੁਰਖ ਸੋ ਮਤ ਸਰਧਾਰੀ। ਜਿਹੜੇ ਕਿਸੇ ਮਹਾਂਪੁਰਖ ਦੇ ਨਾਲ ਈਰਖਾ ਕਰਨੀ ਹੋਵੇ, ਮਹਾਂਪੁਰਖਾਂ ਦਾ ਸਾਧ ਸੰਗਤ ਜੀ, ਉਹਨਾਂ ਦੀ ਤਾਂ ਜਿੰਨੀ ਵੀ ਸੋਭਾ ਕੀਤੀ ਜਾਵੇ ਥੋੜੀ ਹੈ। ਮਹਾਂਪੁਰਖਾਂ ਦੀ ਤੇ ਸੋਭਾ ਕਰਨੀ ਹੈ। ਗੁਰਬਾਣੀ ਦਾ ਹੁਕਮ ਹੈ ਹਰ ਪ੍ਰਾਣੀ ਵਾਸਤੇ ਕਿ ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਗ। ਮਹਾਂਪੁਰਖਾਂ ਦੀ ਤੇ ਅਣਸ ਬਣਸ ਨੂੰ ਵੀ ਮੱਥਾ ਟੇਕਣਾ ਬਣਦਾ ਹੈਗਾ। ਸੋ ਇਸ ਵਾਸਤੇ ਮਹਾਂਪੁਰਖਾਂ ਦੀ ਨਿੰਦਿਆ ਕਦੀ ਭੁੱਲ ਕੇ ਨਹੀਂ ਕਰਨੀ ਚਾਹੀਦੀ। ਤਹਿ ਕੋ ਫਲ ਪ੍ਰਾਪਤ ਦੁਖ ਭਾਰੀ। ਤੇ ਜੇ ਕੋਈ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਹੈ ਤੇ ਉਹਦਾ ਫਲ ਫਿਰ ਆਹ ਦੁੱਖ ਭੋਗਣੇ ਪੈਂਦੇ, ਇੱਕ ਨਹੀਂ ਅਨੇਕਾਂ ਦੁੱਖ ਭੋਗਣੇ ਪੈਂਦੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਦੇ ਨਾਲ। ਮਹਾਰਾਜ ਤੇ ਕਹਿੰਦੇ ਆ ਗੁਰਬਾਣੀ ਵਿੱਚ ਵੀ ਨਿੰਦਿਆ ਕਿਸੇ ਦੀ ਵੀ ਨਹੀਂ ਚੰਗੀ ਹੈ। ਚਲ ਸਮੀਪ ਆਪ ਮੁਝ ਬਖਸ਼ਾਵਹੁ। ਆਪਣੇ ਸਾਥੀਆਂ ਨੂੰ ਕਹਿਣ ਲੱਗਾ, ਮੈਂ ਹੋ ਗਿਆ ਅੰਨਾ, ਮੈਨੂੰ ਨਹੀਂ ਜੇ ਪਤਾ ਲੱਗਦਾ ਕਿੱਧਰ ਨੂੰ ਜਾਣਾ, ਮੈਨੂੰ ਫੜ ਲਓ ਬਾਂਹ ਤੋਂ, ਲੈ ਚੱਲੋ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਵਿੱਚ ਤੇ ਮੈਨੂੰ ਮਾਫੀ ਦਵਾ ਦੇਵੋ ਜਲ ਕੇ। ਕਹੇ ਕਬੂਲ ਸੋ ਛਿਮਾ ਕਰਾਵਹੁ। ਇਹ ਜਿਹੜੇ ਮੈਂ ਖੋਟੇ ਬੋਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਬੋਲੇ ਹਨ, ਮੈਨੂੰ ਗੁਰਾਂ ਦੇ ਪਾਸ ਲਿਜਾ ਕੇ ਮਾਫੀ ਦਵਾ ਦੇਵੋ। ਮੈਂ ਅਬਦਾਸ ਪਰੋਂ ਤਿਨ ਪਾਈ। ਮੈਂ ਸਤਿਗੁਰਾਂ ਦਾ ਸੇਵਕ ਹੋ ਗਿਆ, ਮੁੱਲ ਖਰੀਦਿਆ ਲਾਲਾ ਗੋਲਾ ਹੋ ਗਿਆ। ਮੈਂ ਗੁਰਾਂ ਦੇ ਚਰਨਾਂ ਤੇ ਜਾ ਕੇ ਢਹਿਣਾ ਚਾਹੁੰਦਾ, ਮੈਨੂੰ ਫੜ ਕੇ ਗੁਰਾਂ ਦੇ ਚਰਨਾਂ ਤੇ ਲਿਟਾ ਦੇਵੋ। ਹੋਵੋ ਸਿੱਖ ਰਖੈ ਸ਼ਰਣਾਈ। ਤੇ ਸਤਿਗੁਰੂ ਕਿਰਪਾ ਕਰਨ ਮੇਰੇ ਉਤੇ, ਮੈਨੂੰ ਆਪਣੀ ਸ਼ਰਨ ਵਿੱਚ ਲੈ ਕੇ ਮੈਨੂੰ ਆਪਣਾ ਸਿੱਖ ਬਣਾ ਲੈਣ, ਮੈਨੂੰ ਉਪਦੇਸ਼ ਦੇ ਦੇਣ। ਸੁਨ ਕੈ ਨਰਨ ਸਰਬ ਸਮਝਾਇਓ। ਉਹ ਜਿਹੜੇ ਨਾਲ ਦੇ ਸਾਥੀ ਸੀਗੇ, ਇਹ ਸ਼ਾਹੂਕਾਰ ਰੋਂਦੇ ਘਗਿਆਉਂਦੇ ਨੂੰ ਸੁਣਿਆ ਤੇ ਇਹਨੂੰ ਸਮਝਾਉਣ ਲੱਗੇ। ਅਬ ਤੋ ਪਤਾ ਆਪ ਨਾ ਪਾਇਓ। ਕਹਿਣ ਲੱਗੇ, ਅਸੀਂ ਤਾਂ ਤੈਨੂੰ ਬਹੁਤ ਸਮਝਾਇਆ ਸੀ, ਤੂੰ ਨਹੀਂ ਸਮਝਿਆ, ਪਰ ਹੁਣ ਤੈਨੂੰ ਤਸੱਲਾ ਹੋ ਗਈ ਨਾ, ਆ ਨਤੀਜਾ ਮਿਲ ਗਿਆ ਤੈਨੂੰ ਗੁਰੂ ਕੀ ਨਿੰਦਿਆ ਕਰਨ ਦਾ। ਉਤਰ ਤੁਰੰਗਨ ਤੇ ਇਹ ਥਾਈ। ਇਸ ਤਰ੍ਹਾਂ ਮਹਾਰਾਜ ਦੇ ਸੰਗੀ ਸਾਥੀ ਨਾਲ ਸੀਗੇ, ਕਹਿਣ ਲੱਗੇ ਤੂੰ ਹੁਣ ਘੋੜੀ ਤੋਂ ਥੱਲੇ ਉਤਰਿਆ। ਇਹ ਉਹਨਾਂ ਨੇ ਕਿਹਾ ਨਾਲ ਦਿਆਂ ਨੇ। ਉਤਰ ਤੁਰੰਗਨ ਤੇ ਇਹ ਥਾਈ। ਬੰਧਨ ਕਰੋ ਧਰਨ ਸਿਰ ਲਾਈ। ਅਤੇ ਇੱਥੇ ਬੈਠਾ ਹੋਇਆ, ਜਿਹੜੇ ਪਾਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹਨ, ਉਧਰ ਨੂੰ ਮੂੰਹ ਕਰਕੇ ਪਹਿਲਾਂ ਨਮਸਕਾਰ ਕਰ। ਧਰ ਸ਼ਰਧਾ ਤੁਮ ਚਲੋ ਅਗਾਰੀ। ਉਪਰੰਤ ਸ਼ਰਧਾ ਧਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ। ਪਰ ਹੋ ਜਾਏ ਕੈ ਚਰਨ ਮਝਾਰੀ। ਅਤੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢਹਿ ਪਾਓ। ਬਖਸ਼ਹਿਗੇ ਤੁਝ ਦੀਨ ਦਿਆਲਾ। ਉਹ ਦੀਨਾਂ ਤੇ ਦਇਆ ਕਰਨ ਦੇ ਵੱਡੇ ਖਜ਼ਾਨੇ ਹਨ, ਤੈਨੂੰ ਵੀ ਬਖਸ਼ ਦੇਣਗੇ। ਭਗਤ ਵਸਲ ਜਿਨ ਬਿਰਦ ਵਿਸ਼ਾਲਾ। ਉਹਨਾਂ ਦਾ ਬਿਰਦ ਹੈ ਭਗਤ ਵਛਲ। ਜਿਸ ਤਰ੍ਹਾਂ ਬੱਚੇ ਦੇ ਪਿੱਛੇ ਗਾਂ ਭੱਜੀ ਫਿਰਦੀ ਹੈ ਨਾ, ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਆਪਣੇ ਪਿਆਰਿਆਂ ਦੇ ਪਿੱਛੇ ਪਿੱਛੇ ਰਹਿੰਦੇ, ਜਿੱਥੇ ਵੀ ਉਹਨਾਂ ਨੂੰ ਕੋਈ ਯਾਦ ਕਰਦਾ ਭਗਤ ਵਛਲ ਹਨ। ਉਹਨਾਂ ਦਾ ਬਿਰਦ ਹੈ ਭਗਤ ਵਛਲ, ਆਪਣੇ ਭਗਤਾਂ ਨੂੰ ਪਿਆਰ ਕਰਨਾ। ਤਿਨ ਕੀ ਭਨੀ ਮਾਨ ਹਰ ਮਾਨਾ। ਸੋ ਇਸ ਵਾਸਤੇ ਤੂੰ ਨਾ ਮਾਣ ਤਿਆਗ ਦੇ ਆਪਣਾ ਹਿਰਦੇ ਵਿੱਚੋਂ, ਗੁਰੂ ਨਾਨਕ ਪਾਤਸ਼ਾਹ ਦਾ ਹੋ ਜਾ ਅੱਜ ਤੋਂ। ਉਤਰਿਓ ਮਾਰਗ ਚਰਨ ਚਲਾਨਾ। ਇਸ ਤਰ੍ਹਾਂ ਸਾਧ ਸੰਗਤ ਜੀ ਸੰਗੀਆਂ ਦੇ ਕਹਿਣ ਤੇ ਸਾਥੀਆਂ ਤੇ ਘੋੜੀ ਤੋਂ ਥੱਲੇ ਉਤਰ ਆਇਆ, ਮੱਥਾ ਟੇਕਿਆ ਤੇ ਪੈਰੀ ਚੱਲ ਪਿਆ। ਨਮੋ ਕਰਹਿ ਪਗ ਪਗ ਭੈ ਦੀਨਾ। ਤੇ ਇੱਕ ਪੈਰ ਚੱਲਦਾ ਹੈ
ਉੱਥੇ ਲੰਮਾ ਪੈ ਕੇ ਮਹਾਰਾਜ ਨੂੰ ਮੱਥਾ ਟੇਕ ਲੈਂਦਾ, ਫਿਰ ਉੱਠ ਕੇ 2 ਪੈਰ ਚੱਲਦਾ, ਫਿਰ ਮੱਥਾ। ਇਹ ਜੇ ਹੋ ਗਿਆ ਡੰਡੌਤ ਬੰਦਨਾ ਕਰਦਾ ਜਾਂਦਾ ਢਹਿ ਢਹਿ ਕੇ ਸਤਿਗੁਰਾਂ ਨੂੰ। ਅਨੇਕ ਭਾਂਤ ਜਸ ਵਰਣਨ ਕੀਨਾ। ਅਤੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜਿਸ ਜ਼ੁਬਾਨ ਨਾਲ ਨਿੰਦਿਆ ਕਰਦਾ ਸੀ, ਉਸੇ ਜ਼ੁਬਾਨ ਨਾਲ ਹੁਣ ਉਸਤਤੀ ਕਰਦਾ ਜਾਂਦਾ ਹੈ। ਕਿਤਕ ਦੂਰ ਤੇ ਊਚ ਪੁਕਾਰਾ। ਕਿੰਨੀ ਕੁ ਦੂਰ ਰਹਿ ਗਿਆ ਮਹਾਰਾਜ ਤੋਂ, ਤੇ ਉੱਥੇ ਜਾ ਕੇ ਉੱਚੀ ਆਵਾਜ਼ ਦਿੱਤੀ, ਛਿਮਹੁ ਛਿਮਹੁ ਮੈਂ ਦਾਸ ਤੁਮਾਰਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੈਨੂੰ ਬਖਸ਼ ਲਵੋ, ਬਖਸ਼ ਲਵੋ ਮਹਾਰਾਜ, ਮੈਂ ਵੱਡਾ ਗੁਨਾਹਗਾਰ ਹਾਂ ਤੁਹਾਡਾ, ਅੱਜ ਤੁਹਾਡੇ ਚਰਨਾਂ ਵਿੱਚ ਤੁਹਾਡਾ ਸੇਵਕ ਬਣ ਕੇ ਆ ਰਿਹਾ, ਮੈਨੂੰ ਬਖਸ਼ ਲਵੋ। ਮਸ਼ਕ ਗਰਭ ਖਗਪਤ ਸੋ ਧਰਈ। ਇਹ ਸੱਚੇ ਪਾਤਸ਼ਾਹ ਮਹਾਰਾਜ ਜੇ ਕਿਤੇ ਮੱਛਰ ਮੁਕਾਬਲਾ ਕਰ ਲਵੇ ਗਰੜ ਦਾ, ਤੇ ਕਿਤੇ ਕਰ ਸਕਦਾ? ਗਰੜ ਜਿਹੜਾ ਉਹਨੂੰ ਭਗਵਾਨ ਦੀ ਸਵਾਰੀ ਵਾਲਾ ਮੰਨਿਆ ਜਾਂਦਾ, ਤੇ ਮੱਛਰ ਕੀ ਹੁੰਦਾ ਹੈ? ਮੱਛਰ ਤਾਂ ਦੁਖਦਾ ਹੀ ਹੁੰਦਾ ਹੈ। ਇਹ 2 ਮੰਮੇ ਤੇ ਕਲਯੁਗ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ। ਇੱਕ ਮੰਮਾ ਮੱਛਰ ਹੈ, ਇਹ ਰਾਤ ਨੂੰ ਨਹੀਂ ਜੀਵਾਂ ਨੂੰ ਸੌਣ ਦਿੰਦਾ। ਇੱਕ ਮੰਮਾ ਮੱਖੀ ਉਹ ਦਿਨ ਨੂੰ ਨਹੀਂ ਟਿਕਣ ਦਿੰਦੀ। ਸੋ ਇਸ ਵਾਸਤੇ ਮਹਾਰਾਜ ਇਹ ਦੁਖਦਾਈ ਵਸਤੂਆਂ ਜਿਹੜੀਆਂ ਹਨ, ਇਹ ਮੱਛਰ ਗਰੜ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸੇ ਤਰ੍ਹਾਂ ਮਹਾਰਾਜ ਮੈਂ ਨਿੱਕਾ ਜਿਹਾ ਮੱਛਰ ਤੁਹਾਡੇ ਸੇਵਕਾਂ ਦੀ ਬਰਾਬਰਤਾ ਕਿਵੇਂ ਕਰਾਂ? ਰੰਚ ਮੇਰ ਕੀ ਸਮਤਾ ਕਰਈ। ਅਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਰੇਤ ਦਾ ਕਿਣਕਾ ਕਿਤੇ ਸਮੇਰ ਪਰਬਤ ਦਾ ਮੁਕਾਬਲਾ ਕਰੇ ਥੋੜੋ ਹੋ ਸਕਦਾ ਹੈਗਾ, ਹੋ ਨਹੀਂ ਸਕਦਾ। ਆਪਨੋ ਤੇਜ ਦਿਖਾਏ ਟਨਾਨੋ। ਸੋ ਮਹਾਰਾਜ ਜੇ ਕਿਤੇ ਟਟਾਣਾ ਜਿਹੜਾ ਹੈ ਉਹ ਆਪਣਾ ਚਾਨਣ ਦਿਖਾ ਲਵੇ ਕਿਸ ਨੂੰ? ਰਬ ਕੀ ਪ੍ਰਭਤਾ ਕਰਹਿ ਪਛਾਨੋ। ਤੇ ਸੂਰਜ ਨੂੰ ਕਵੇ ਵੀ ਦੇਖ ਮੈਂ ਵੀ ਹੈਗਾ। ਸੂਰਜ ਦੇ ਸਾਹਮਣੇ ਜਾ ਕੇ ਟਟਾਣਾ ਕੀ ਕਰੂ? ਜਿੰਨਾ ਮਰਜੀ ਤਿੰਗੜਿਆ ਫਿਰੇ, ਹਜ਼ਾਰਾਂ ਲੱਖਾਂ ਟਟਾਣੇ ਇਕੱਠੇ ਹੋ ਜਾਣ, ਸੂਰਜ ਦੀ ਤੇ ਇੱਕ ਕਿਰਨ ਦਾ ਮੁਕਾਬਲਾ ਨਹੀਂ ਕਰ ਸਕਦਾ। ਐਵੇਂ ਸੱਚੇ ਪਾਤਸ਼ਾਹ ਮੈਂ ਹਾਂ। ਤਿਉ ਮਤ ਮੰਦ ਲਾਲਸਾ ਮੇਰੀ। ਇਸ ਤਰ੍ਹਾਂ ਗਰੀਬ ਨਵਾਜ ਮੇਰੀ ਬੁੱਧੀ ਭ੍ਰਿਸ਼ਟ ਹੋ ਗਈ, ਮੈਂ ਹਉਮੈ ਦੇ ਵਿੱਚ ਪੈ ਗਿਆ। ਮੁਖ ਤੇ ਨਿੰਦਾ ਕੀਨ ਘਨੇਰੀ। ਜਿਸ ਕਾਰਨ ਕਰਕੇ ਸੱਚੇ ਪਾਤਸ਼ਾਹ ਮੈਂ ਤੁਹਾਡੀ ਨਿੰਦਿਆ ਕਰ ਬੈਠਾ। ਅਪਰਾਧੀ ਮੈਂ ਪ੍ਰਭੂ ਤੁਮਾਰਾ। ਇਹ ਸੱਚੇ ਪਾਤਸ਼ਾਹ ਮੈਂ ਤੁਹਾਡਾ ਗੁਨਾਹਗਾਰ ਹਾਂ। ਬਖਸ਼ ਲਿਓ ਅਬ ਦੀਨ ਦਿਆਰਾ। ਇਹ ਦੀਨਾਂ ਤੇ ਦਇਆ ਕਰਨ ਵਾਲੇ ਸੱਚੇ ਪਾਤਸ਼ਾਹ ਮੈਨੂੰ ਵੀ ਬਖਸ਼ ਲਵੋ, ਜਿਵੇਂ ਅੱਗੇ ਕਈਆਂ ਨੂੰ ਬਖਸ਼ਿਆ ਹੈ। ਹਿਰਦੇ ਬਿਸੂਰਤ ਅਸਮੁਖ ਬੋਲਹਿ। ਇਸ ਤਰ੍ਹਾਂ ਦੁਖੀ ਹੋਇਆ ਇਹ ਸ਼ਾਹੂਕਾਰ ਮੁਖ ਤੋਂ ਬੋਲਦਾ ਜਾਂਦਾ ਹੈ। ਡਗਮਗ ਪਗਮਗ ਚਲ ਤਿਉ ਡੋਲਹਿ। ਅੱਖਾਂ ਤੋਂ ਦਿਸਦਾ ਨਹੀਂ ਹੈ, ਇਸ ਵਾਸਤੇ ਪੈਰ ਜਿਹੜੇ ਆ ਡੋਲਦੇ ਨੇ। ਕਦੀ ਥੱਲੇ ਡਿੱਗਦਾਗਾ, ਠੇਡਾ ਵੱਜਦਾ, ਕਿਉਂਕਿ ਜਿਹੜੇ ਜਨਮ ਤੋਂ ਅੰਨੇ ਹੋ ਜਾਂਦੇ ਵਿਚਾਰੇ ਕਰਮਾਂ ਦੇ ਨਾਲ, ਉਹਨਾਂ ਨੂੰ ਤੇ ਜਨਮ ਤੋਂ ਸੁਭਾਅ ਬਣ ਜਾਂਦਾ ਚੱਲਣ ਦਾ। ਤੇ ਜਿਹੜਾ ਇਸ ਤਰ੍ਹਾਂ ਝਟਪਟ ਅੰਨਾ ਹੋਇਆ ਹੋਵੇ, ਉਹਨੂੰ ਤੇ ਸਭ ਦੁਨੀਆ ਤੇ ਹਨੇਰ ਹੀ ਛਾ ਜਾਂਦਾ, ਤੁਰਨਾ ਉਹਨੇ ਕਿੱਥੋਂ ਹੈ। ਸੋ ਐਉਂ ਡੋਲਦਾ ਜਾਂਦਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਲ ਨੂੰ। ਇੱਕ ਨਰ ਗਹਿ ਕਰ ਤਹ ਕੋ ਹਾਥਾ। ਦੇਖਿਆ ਡਿੱਗੀ ਜਾਂਦਾ, ਇੱਕ ਆਦਮੀ ਨੇ ਅੱਗੇ ਹੋ ਕੇ ਸ਼ਾਹੂਕਾਰ ਨੂੰ ਬਾਂਹ ਤੋਂ ਫੜ ਲਿਆ। ਲੈ ਡਾਰਿਓ ਪਗ ਪਰ ਜਗਨਾਥਾ। ਅਤੇ ਲਿਜਾ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਪਵਾ ਦਿੱਤਾ। ਸ਼ਰਨ ਸ਼ਰਨ ਮੈਂ ਗਿਰਾ ਉਚਾਰੀ। ਚਰਨਾਂ ਦੀ ਸ਼ਰਨ ਵਿੱਚ ਹੋ ਕੇ ਬੇਨਤੀ ਕੀਤੀ ਸ਼ਾਹੂਕਾਰ ਨੇ। ਪਰਿਓ ਰਹਿਓ ਸਮਦੰਡ ਅਗਾਰੀ। ਤੇ ਨਾਲ ਜਿਵੇਂ ਡੰਡਾ ਹੁੰਦਾ ਨਾ, ਸਿੱਧਾ ਡੰਡੇ ਵਾਂਗੂ ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਹੋਇਆ, ਸਿੱਧਾ ਸਤਿਗੁਰਾਂ ਦੇ ਚਰਨਾਂ ਤੇ ਲੇਟਿਆ ਹੋਇਆ, ਡੰਡੇ ਦੀ ਤਰ੍ਹਾਂ, ਸੋਟੀ ਦੀ ਤਰ੍ਹਾਂ। ਕਰ ਬਿਨਤੀ ਬਹੁਤੋ ਘਿਆਇਓ। ਤੇ ਬੜਾ ਘਗਿਆਉਣ ਲੱਗਾ, ਬੇਨਤੀਆਂ ਕਰਦਾ ਹੈ, ਨਾਲ ਭੁੱਬਾਂ ਮਾਰ ਮਾਰ ਰੋਂਦਾ ਹੈ। ਬਹੁਰ ਨਾ ਉਪਰ ਸੀਸ ਉਠਾਇਓ। ਤੇ ਸਿਰ ਨਹੀਂ ਚੁੱਕਦਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਢੱਠਾ ਪਿਆ ਹੈ। ਕਿਰਪਾ ਨਿਧਾਨ ਤਾਸ ਗਤ ਦੇਖੀ। ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਾਹੂਕਾਰ ਦਾ ਦੇਖਿਆ ਵੀ ਹਿਰਦਾ ਸੁੱਧ ਹੋ ਗਿਆ ਹੈ। ਕਰੁਣਾ ਉਪਜੀ ਹਿਰਦੇ ਬਿਸੇਖੀ। ਤਾਂ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਵਿੱਚ ਦਇਆ, ਉਹ ਤੇ ਹਾਨੀ ਦਇਆ ਦਾ ਸਰੂਪ, ਉਹ ਤੇ ਬੁਰਿਆਂ ਦਾ ਭਲਾ ਕਰਨਾ। ਸੱਚੇ ਪਾਤਸ਼ਾਹ ਸਿੱਖਿਆ ਹੀ ਇਹ ਦਿੰਦੇ, ਆਪ ਤੇ ਕਰਦੇ ਹੀ ਕਰਦੇ, ਲੋਕਾਂ ਨੂੰ ਵੀ ਇਹ ਸਿੱਖਿਆ ਭਾਈ ਕਿੰਨਾ ਵੀ ਕੋਈ ਬੁਰਾ ਕਰੇ ਤੁਸੀਂ ਉਹਦਾ ਭਲਾ ਹੀ ਕਰਨਾ ਹੈ।
ਭਲੇ ਜੀ ਭਲਾ ਹੈ। ਦਇਆ ਆਈ ਸੱਚੇ ਪਾਤਸ਼ਾਹ ਮਹਾਰਾਜ ਦੇ ਹਿਰਦੇ ਵਿੱਚ। ਕਹਿਓ ਉਠੋ ਖੋਲੋ ਨਿਜ ਲੋਚਨ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼ਾਹੂਕਾਰ ਉੱਠ ਬਈ, ਲੰਮਾ ਕਿਉਂ ਪਿਆ ਹੋਇਆ? ਉੱਠ, ਨੇਤਰ ਖੋਲ, ਉੱਠ ਕੇ ਅੱਖਾਂ ਖੋਲ। ਮਨ ਸੋਚਨ ਸਭ ਕਰੋ ਵਿਮੋਚਨ। ਤੇ ਜਿਹੜੇ ਮਨ ਦੇ ਵਿੱਚ ਸੋਚਾਂ ਹੈ ਨਾ ਤੇਰੇ, ਉਹ ਸਭ ਸੋਚਾਂ ਤਿਆਗ ਦੇ, ਹੁਣ ਤੂੰ ਉੱਠ ਖਲੋ ਅੱਖਾਂ ਖੋਲ ਕੇ। ਕਿਰਪਾ ਯੁਕਤ ਬਾਣੀ ਕੋ ਸੁਨ ਕੈ। ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸ਼ਾਹੂਕਾਰ ਨੇ ਸੁਣੇ। ਉਠ ਬੈਠਿਓ ਬਖਸ਼ਿਓ ਨਿਜ ਗੁਣ ਕੈ। ਹਾਂਜੀ, ਉਠ ਬੈਠਿਓ ਬਖਸ਼ਿਓ ਨਿਜ ਗੁਣ ਸੱਚੇ ਕੈ। ਪਾਤਸ਼ਾਹ ਮਹਾਰਾਜ ਦਾ ਬਖਸ਼ਿਆ ਹੋਇਆ ਸ਼ਾਹੂਕਾਰ ਉੱਠ ਕੇ ਬੈਠ ਗਿਆ। ਨੀਕੇ ਲਗਿਓ ਬਿਲੋਕਨ ਤੈਸੇ। ਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀਆਂ ਕਰਨ ਲੱਗਾ। ਹੁਤੀ ਅਗਾਰੀ ਦ੍ਰਿਸ਼ਟ ਸੋ ਤੇ ਜੈਸੇ। ਜਿਸ ਵੇਲੇ ਬੇਨਤੀਆਂ ਕੀਤੀਆਂ ਉੱਠ ਕੇ ਬੈਠਿਆ, ਉਹ ਨਿਗਾਹ ਜਿਵੇਂ ਪਹਿਲਾਂ ਸੀ ਉਸ ਤੋਂ ਵੀ ਵਧੀਆ ਨਿਗਾਹ ਹੋ ਗਈ, ਅੱਖਾਂ ਖੁੱਲ ਗਈਆਂ, ਨੇਤਰਾਂ ਵਿੱਚ ਪ੍ਰਕਾਸ਼ ਹੋ ਗਿਆ। ਹਾਥ ਬੰਦ ਦਵੈ ਭੈ ਕਰ ਠਾਠੋ। ਤੇ ਬਹੁਤ ਭੈ ਦੇ ਵਿੱਚ ਨਿਮਰਤਾ ਦੇ ਨਾਲ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਖਲੋ ਗਿਆ। ਬੋਲਿਓ ਹਿਰਦੇ ਪ੍ਰੇਮ ਬਹੁ ਬਾਢੋ। ਅਤੇ ਬੜੇ ਪਿਆਰ ਦੇ ਨਾਲ ਬੇਨਤੀਆਂ ਕਰਨ ਲੱਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਹ ਜਿੰਨੇ ਵੀ ਕੌਤਕ ਗੁਰਾਂ ਨੇ ਕੀਤੇ ਹੈ ਸਾਧ ਸੰਗਤ ਜੀ, ਸਾਰੇ ਸਾਨੂੰ ਸਿੱਖਿਆ ਦੇਣ ਵਾਸਤੇ। ਗਰੀਬ ਨਵਾਜ ਪਾਤਸ਼ਾਹ ਮਿਹਰ ਕਰਨ। ਇਹ ਜਿੰਨੇ ਵੀ ਵਿਕਾਰ ਹਨ, ਵਿਕਾਰਾਂ ਤੋਂ ਬਚ ਜਾਈਏ। ਜੇ ਕਿਤੇ ਸੁਤੇ ਸਿੱਧ ਕਿਤੇ ਮਨ ਦੀ ਹਉਮੈ ਛਾਲਾ ਮਾਰ ਦੇਵੇ, ਵਿਕਾਰ ਵਿੱਚ ਫਸ ਵੀ ਜਾਈਏ, ਤੇ ਸ਼ਾਹੂਕਾਰ ਵਾਂਗੂ ਫਿਰ ਗੁਰਾਂ ਦੇ ਚਰਨ ਨਾ ਛੱਡੀਏ। ਮਹਾਰਾਜ ਬਖਸ਼ ਲਓ ਸਾਨੂੰ, ਸਾਡੇ ਗੁਨਾਹਾਂ ਦੀ ਲਿਸਟ ਬੜੀ ਲੰਬੀ ਹੈ। ਲੇਖੇ ਕਦੋਂ ਨਾ ਛੂਟੇ, ਖਿਨ ਖਿਨ ਭੂਲਣਹਾਰ। ਬਖਸ਼ਣਹਾਰ ਹੈ ਬਖਸ਼ ਲੈ, ਨਾਨਕ ਪਾਰ ਉਤਾਰ। ਅਰਦਾਸਾਂ ਕਰੀਏ, ਮਹਾਰਾਜ ਬਖਸ਼ ਲਓ ਸਾਨੂੰ, ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਤੋਂ ਸਮੱਤ ਬਖਸ਼ਣੀ। ਪਿਆਰ ਸਤਿਕਾਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ।